ਸਤਿ ਸ਼੍ਰੀ ਅਕਾਲ ਜੀ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ। ਤੁਹਾਡਾ ਸਾਰਿਆਂ ਦਾ ਸਵਾਗਤ ਪੰਜਾਬ ਚਰਚਾ ਦੇ ਵਿੱਚ। ਕਿਸੇ ਵੀ ਸੂਬੇ ਦੇ ਵਿੱਚ ਰਾਜਨੀਤੀ ਦਾ ਵਾਤਾਵਰਣ ਕਿਹੋ ਜਿਹਾ ਹੈ, ਉਸ ਗੱਲ ਤੇ ਨਿਰਭਰ ਕਰਦਾ ਹੈ ਕਿ ਉਹ ਸੂਬਾ ਕਿੰਨੀ ਕੁ ਤਰੱਕੀ ਕਰ ਸਕਦਾ ਹੈ, ਉਹ ਦੇਸ਼ ਕਿੰਨੀ ਕੁ ਤਰੱਕੀ ਕਰ ਸਕਦਾ ਹੈ। ਔਰ ਜਦੋਂ ਤੱਕ ਪੋਲੀਟੀਕਲ ਸਟੇਬਿਲਿਟੀ ਨਹੀਂ ਹੁੰਦੀ, ਸਥਿਰਤਾ ਨਹੀਂ ਹੁੰਦੀ, ਉਦੋਂ ਤੱਕ ਬਾਹਰੋਂ ਇਨਵੈਸਟਰਸ ਵੀ ਨਹੀਂ ਆਉਂਦੇ, ਕੋਈ ਬਿਜ਼ਨਸਮੈਨ ਆਪਣਾ ਪੈਸਾ ਲਗਾਉਣ ਦੇ ਵਿੱਚ ਇੰਟਰਸਟਿਡ ਵੀ ਨਹੀਂ ਹੁੰਦਾ। ਸੋ ਇਹ ਦੋ ਚੀਜ਼ਾਂ ਹਮੇਸ਼ਾ ਧਿਆਨ 'ਚ ਰੱਖਣੀਆਂ ਪੈਂਦੀਆਂ ਨੇ ਔਰ ਇਸੇ ਚੀਜ਼ ਦੇ ਉੱਤੇ ਡਿਪੈਂਡ ਕਰਦੀ ਹੈ ਇਕੋਨਮੀ, ਅਰਥ ਵਿਵਸਥਾ। ਅਕਸਰ ਕਿਹਾ ਜਾਂਦਾ ਹੈ ਪੋਲੀਟੀਕਲ ਇਕੋਨਮੀ। ਪੋਲੀਟੀਕਲ ਇਕੋਨਮੀ ਦੇ ਵਿੱਚ ਕੀ ਹੈ ਕਿ ਇਕਨੋਮਿਕਸ, ਉਹਦੇ ਵਿੱਚ ਐਥਿਕਸ ਵੀ ਆਉਣਗੇ ਔਰ ਉਹਦੇ ਵਿੱਚ ਪੋਲੀਟਿਕਸ ਵੀ ਆਏਗਾ। ਯਾਨੀ ਕਿ ਜਿਹੜਾ ਪੋਲੀਟਿਕਸ ਹੋਏਗਾ ਉਹ ਐਥਿਕਸ ਦੇ ਉੱਤੇ ਆਧਾਰਿਤ ਹੋਏਗਾ, ਕੋਈ ਨਾ ਕੋਈ ਮਰਿਆਦਾ ਹੋਏਗੀ ਉਹਦੇ ਉੱਤੇ ਆਧਾਰਿਤ ਹੋਏਗਾ, ਕੋਈ ਨਾ ਕੋਈ ਅਨੁਸ਼ਾਸਨ ਹੋਏਗਾ, ਡਿਸਿਪਲਿਨ ਹੋਏਗਾ, ਤਾਂ ਜਾ ਕੇ ਪੋਲੀਟਿਕਸ ਬਣਦਾ ਹੈ। ਕਹਿਣ ਨੂੰ ਜੋ ਮਰਜ਼ੀ ਕਹੀ ਜਾਓ। ਅਕਸਰ ਲੋਕ ਕਹਿੰਦੇ ਨੇ ਉਹ ਜੀ ਇਹ ਤਾਂ ਸਿਆਸਤ ਹੈ, ਸਿਆਸਤ ਤਾਂ ਇਹੋ ਜਿਹੀ ਹੁੰਦੀ ਹੈ। ਸਿਆਸਤ ਇਹੋ ਜਿਹੀ ਨਹੀਂ ਹੁੰਦੀ, ਸਿਆਸਤ ਨੂੰ ਇਹੋ ਜਿਹਾ ਬਣਾ ਦਿੱਤਾ ਗਿਆ ਉਹਨਾਂ ਲੋਕਾਂ ਨੇ ਜਿਹੜੇ ਸਿਰਫ ਆਪਣਾ ਨਿੱਜੀ ਹਿੱਤ ਦੇਖਦੇ ਨੇ, ਲੋਕਾਂ ਦਾ ਹਿੱਤ ਨਹੀਂ ਦੇਖਦੇ, ਸੂਬੇ ਦਾ ਹਿੱਤ ਨਹੀਂ ਦੇਖਦੇ। ਕਿਉਂਕਿ ਹਰ ਥਾਂ ਦੇ ਉੱਤੇ ਮਰਿਆਦਾ ਦੀ ਗੱਲ ਆਉਂਦੀ ਹੈ। ਸਭ ਤੋਂ ਵੱਡੀ ਗੱਲ ਇਹ ਕਹੀ ਜਾਂਦੀ ਹੈ, ਅਕਸਰ ਭੰਡਿਆ ਜਾਂਦਾ ਹੈ ਕੈਪੀਟਲਿਜ਼ਮ ਨੂੰ, ਕਿ ਹਮੇਸ਼ਾ ਤੁਸੀਂ ਪੂੰਜੀਵਾਦ ਨੂੰ ਦੇਖੋ ਜੀ, ਉਹ ਤਾਂ ਦੂਜੇ ਦੀ ਲੁੱਟ ਖਸੁੱਟ ਕਰਦਾ ਹੈ, ਦੂਜਿਆਂ ਨੂੰ ਲੁੱਟਦਾ ਰਹਿੰਦਾ। ਬਿਲਕੁਲ ਨਹੀਂ। ਜੇ ਅਸੀਂ ਐਡਮ ਸਮਿਥ ਨੂੰ ਦੇਖੀਏ, ਜਿੱਥੋਂ ਅਸੀਂ ਜਨਮਦਾਤਾ ਮੰਨਦੇ ਹਾਂ ਕੈਪੀਟਲਿਜ਼ਮ ਦਾ, ਐਡਮ ਸਮਿਥ ਨੂੰ, ਤਾਂ ਐਡਮ ਸਮਿਥ ਹਮੇਸ਼ਾ ਇਹੀ ਕਹਿੰਦੇ ਨੇ ਕਿ ਜਿਹੜੇ ਪੂੰਜੀਵਾਦੀ ਨੇ ਉਹ ਨੈਤਿਕਤਾਵਾਦੀ ਵੀ ਹੋਣਗੇ, ਉਹਨਾਂ ਦੀ ਕੋਈ ਮਰਿਆਦਾ ਵੀ ਹੋਏਗੀ, ਅਨੁਸ਼ਾਸਨ ਵੀ ਹੋਏਗਾ, ਡਿਸਿਪਲਿਨ ਵੀ ਹੋਏਗਾ। ਔਰ ਜਦੋਂ ਉਹ ਕੰਮ ਕਰਨਗੇ ਉਹ ਸੁਸਾਇਟੀ ਦੇ ਹੱਕ ਵਿੱਚ ਕਰਨਗੇ, ਸੁਸਾਇਟੀ ਨੂੰ ਤਰੱਕੀ ਦੇਣ ਵਾਸਤੇ ਕਰਨਗੇ। ਹਰ ਇਨਸਾਨ ਨੂੰ ਦੇਖਣਗੇ, ਜਿਸ ਇਨਸਾਨ ਦੇ ਵਿੱਚ ਜਿਹੜਾ ਕੁਦਰਤੀ ਹੁਨਰ ਹੈ ਉਸ ਹੁਨਰ ਦੇ ਮੁਤਾਬਿਕ ਉਹਨੂੰ ਕੰਮ ਦੇਣਗੇ ਤਾਂ ਕਿ ਉਹ ਵੀ ਤਰੱਕੀ ਕਰੇ, ਨਾਲ ਬਿਜ਼ਨਸ ਵੀ ਗਰੋ ਕਰੇ, ਤਾਂ ਦੇਸ਼ ਵੀ ਗਰੋ ਕਰੇ ਜਿੱਥੇ ਉਹ ਬਿਜ਼ਨਸਮੈਨ ਬੈਠੇ ਹੋਏ ਨੇ। ਸੋ ਹਰ ਥਾਂ ਦੇ ਉੱਤੇ ਨੈਤਿਕਤਾ ਦੀ ਗੱਲ ਹੁੰਦੀ ਹੈ ਔਰ ਨੈਤਿਕਤਾ ਅਸੀਂ ਕਿੱਥੋਂ ਲੈਂਦੇ ਹਾਂ? ਕੁਦਰਤ ਤੋਂ। ਕੁਦਰਤ ਕੀ ਹੈ? ਅਨੁਸ਼ਾਸਨ। ਤਾਂ ਨੈਤਿਕਤਾ, ਅਨੁਸ਼ਾਸਨ, ਜਿਹੜੇ ਅਸੀਂ ਸੰਸਕਾਰ ਦਿੰਦੇ ਹਾਂ ਉਹ ਕੀ ਨੇ? ਅਨੁਸ਼ਾਸਨ। ਸੰਸਕ੍ਰਿਤੀ ਕੀ ਹੈ? ਅਨੁਸ਼ਾਸਨ। ਯਾਨੀ ਕਿ ਪੋਲੀਟੀਕਲ ਇਕੋਨਮੀ ਦੇ ਵਿੱਚ ਪੋਲੀਟਿਕਸ ਹਮੇਸ਼ਾ ਅਨੁਸ਼ਾਸਨ ਵਿੱਚ ਹੋਏਗਾ, ਸੰਸਕਾਰਾਂ ਵਾਲਾ ਹੋਏਗਾ। ਦੂਜੇ ਦੀ ਬੁਰਾਈ ਨਹੀਂ ਕਰਨਾ, ਦੂਜੇ ਦਾ ਫਾਇਦਾ ਨਹੀਂ ਚੁੱਕਣਾ, ਦੂਜੇ ਨੂੰ ਮਾਰਨਾ ਨਹੀਂ ਔਰ ਦੂਜੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਉਣਾ। ਐਥਿਕਸ ਦੇ ਉੱਤੇ ਚੱਲਣਾ ਜਿਹਦੇ ਵਿੱਚ ਸਭ ਦਾ ਭਲਾ ਹੋਵੇ। ਸੋ ਇਹ ਪੂੰਜੀਵਾਦ ਦੇ ਜੋ ਜਨਮਦਾਤਾ ਨੇ ਉਹ ਵੀ ਇਹ ਗੱਲ ਮੰਨਦੇ ਨੇ। ਅਤੇ ਜੇ ਅਸੀਂ ਕਰੀਏ ਗੱਲ ਸੋਸ਼ਲਿਜ਼ਮ ਦੀ, ਜੇ ਉੱਥੇ ਕਾਰਲ ਮਾਰਕਸ ਦੀ ਗੱਲ ਹੁੰਦੀ ਹੈ, ਉੱਥੇ ਤਾਂ ਸਾਰੀਆਂ ਗੱਲਾਂ ਹੀ ਇਹ ਹੁੰਦੀਆਂ ਨੇ ਕਿ ਤੁਸੀਂ ਨੈਤਿਕਤਾ ਦੇ ਆਧਾਰਿਤ ਸਾਰਾ ਸਿਸਟਮ ਰੱਖਦੇ ਹੋ ਤਾਂ ਕਿ ਜਿਹਦੇ ਵਿੱਚ ਸਭ ਦਾ ਭਲਾ ਹੋ ਸਕੇ। ਸੋ ਅਸੀਂ ਐਥਿਕਸ ਦੀ ਗੱਲ ਜਾਣਦੇ ਹਾਂ, ਤਾਂ ਹੀ ਪੋਲੀਟੀਕਲ ਇਕੋਨਮੀ ਬਣਦੀ ਹੈ ਕਿ ਪੋਲੀਟਿਕਸ ਐਥਿਕਸ ਦੇ ਉੱਤੇ ਡਿਪੈਂਡ ਕਰਦਾ ਹੈ ਔਰ ਪੋਲੀਟਿਕਸ ਦੇ ਉੱਤੇ ਡਿਪੈਂਡ ਕਰਦੀ ਹੈ ਇਕੋਨਮੀ। ਯਾਨੀ ਕਿ ਸਭ ਕੁਝ ਭਲਾ, ਚੰਗਾ, ਵਧੀਆ, ਸਰਬੱਤ ਦੇ ਭਲੇ ਵਾਲਾ। ਪਰ ਪ੍ਰੈਕਟੀਕਲ ਲਾਈਫ ਦੇ ਵਿੱਚ ਕੁਝ ਹੋਰ ਹੁੰਦਾ ਹੈ, ਕਿਉਂਕਿ ਸਭ ਲਾਲਚ ਦੇ ਮਾਰੇ ਹੋਏ ਲੋਕ ਆਪਣੇ ਲਾਲਚ ਕਰਕੇ ਪਤਾ ਨਹੀਂ ਕੀ ਕੁਝ ਕਰਦੇ ਨੇ, ਕਿਹੜੀਆਂ ਸਕੀਮਾਂ ਘੜਦੇ ਨੇ ਆਪਣੇ ਫਾਇਦੇ ਲਈ, ਆਪਣੀ ਕੁਰਸੀ ਲਈ, ਆਪਣੇ ਬਿਜ਼ਨਸ ਲਈ, ਆਪਣੇ ਆਪ ਨੂੰ ਫਾਇਦਾ ਦੇਣ ਲਈ, ਆਪਣੇ ਰਿਸ਼ਤੇਦਾਰਾਂ ਨੂੰ, ਆਪਣੇ ਪਰਿਵਾਰਾਂ ਨੂੰ ਫਾਇਦਾ ਦੇਣ ਲਈ ਹਰ ਉਹ ਕੋਸ਼ਿਸ਼ ਕਰਦੇ ਨੇ ਜੋ ਕੀਤੀ ਜਾ ਸਕਦੀ ਹੈ, ਭਾਵੇਂ ਉਹ ਕਾਨੂੰਨੀ ਹੋਵੇ, ਭਾਵੇਂ ਉਹ ਗੈਰ ਕਾਨੂੰਨੀ ਹੋਵੇ। ਇਹ ਅਸੀਂ ਆਮ ਪ੍ਰੈਕਟਿਸ ਵਿੱਚ ਦੇਖਦੇ ਹਾਂ, ਪੂਰੇ ਹਿੰਦੁਸਤਾਨ ਦੇ ਵਿੱਚ ਦੇਖਦੇ ਹਾਂ, ਪੰਜਾਬ ਦੇ ਵਿੱਚ ਦੇਖਦੇ ਹਾਂ। ਅੱਜ ਐਸੇ ਹੀ ਹਕੀਕਤ ਦੇ ਉੱਤੇ ਨਜ਼ਰ ਮਾਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਇਹਦੇ ਵਿੱਚੋਂ ਜਨਮ ਲੈਂਦਾ ਹੈ ਸਾਡਾ ਪੋਲੀਟੀਕਲ ਸਿਸਟਮ, ਇਕਨੋਮਿਕ ਸਿਸਟਮ, ਸਾਡਾ ਸਮਾਜ, ਸਾਡੀ ਸੁਸਾਇਟੀ ਦੀ ਜੋ ਸੱਚਾਈ ਹੈ ਇਹਦੇ ਵਿੱਚੋਂ ਜਨਮ ਲੈਂਦੀ ਹੈ ਔਰ ਉਹਦੇ ਵਿੱਚ ਹੀ ਸਭ ਦੇ ਹਾਲਾਤ ਜਨਮ ਲੈਂਦੇ ਨੇ ਕਿ ਹਰ ਇਨਸਾਨ ਕਿਹਨਾਂ ਹਾਲਾਤਾਂ ਦੇ ਵਿੱਚ ਜੀ ਰਿਹਾ ਹੈ, ਕਿਹਨਾਂ ਹਾਲਾਤਾਂ ਦੇ ਵਿੱਚ ਉਹ ਆਪਣਾ ਜੀਵਨ ਬਸਰ ਕਰ ਰਿਹਾ ਹੈ, ਕੀ ਮੁਸ਼ਕਿਲਾਂ, ਕੀ ਸਫਰਿੰਗਸ ਉਹਨੂੰ ਮਿਲਦੀਆਂ ਪਈਆਂ ਨੇ। ਇਹਨਾਂ ਬਾਰੇ ਗੱਲਬਾਤ ਕਰਾਂਗੇ। ਸੋ ਮਹਿਮਾਨ ਮੇਰੇ ਸਟੂਡੀਓ ਦੇ ਵਿੱਚ ਮੌਜੂਦ ਨੇ ਪੋਲੀਟੀਕਲ ਐਨਾਲਿਸਟ, ਸੀਨੀਅਰ ਜਰਨਲਿਸਟ ਮਨਜੀਤ ਸਿੰਘ। ਵੈਲਕਮ ਟੂ ਦ ਸ਼ੋ ਪੰਜਾਬ ਚਰਚਾ। ਮਨਜੀਤ ਜੀ ਬਹੁਤ ਸ਼ੁਕਰੀਆ ਜੀ ਜਸ ਖੰਨਾ ਜੀ। ਸੋ ਮਨਜੀਤ ਜੀ, ਮੈਂ ਸਾਰੀਆਂ ਗੱਲਾਂ ਬਾਤਾਂ ਕੀਤੀਆਂ ਔਰ ਤੁਸੀਂ ਵੀ ਇਹ ਮੇਰੀਆਂ ਗੱਲਾਂ ਸੁਣ ਰਹੇ ਸੀ। ਤੁਹਾਨੂੰ ਲੱਗਦਾ ਹੈ ਕਿ ਪੰਜਾਬ ਦੀ ਰਾਜਨੀਤੀ ਦੇ ਵਿੱਚ ਨੈਤਿਕਤਾ ਬਚੀ ਹੈ? ਮੈਂ ਇਸ ਗੱਲ ਤੇ ਆਉਣ ਤੋਂ ਪਹਿਲਾਂ ਮੈਂ ਜਿਹੜੀ ਤੁਸੀਂ ਬਿਲਕੁਲ ਭੂਮਿਕਾ, ਬਹੁਤ ਅਹਿਮ ਭੂਮਿਕਾ, ਉਹਦੇ ਤੇ ਮਾੜਾ ਜਿਹਾ ਹਲਕਾ ਜਿਹਾ ਕਮੈਂਟ ਜ਼ਰੂਰ ਕਰੂੰਗਾ ਕਿ ਜਦੋਂ ਰਿਕਾਰਡੋ ਐਡਮ ਸਮਿਥ ਉਹਨਾਂ ਨੇ ਲਿਖਿਆ ਵੈਲਥ ਆਫ ਨੇਸ਼ਨਸ, ਤਾਂ ਬਿਲਕੁਲ ਇਸ ਕਿਸਮ ਦੀਆਂ ਇੱਕ ਭਾਵਨਾਵਾਂ ਸੀਗੀਆਂ। ਇੱਥੇ ਵੀ ਜਦੋਂ ਸਾਨੂੰ ਦੱਸਦੇ ਰਹੇ ਆ, ਪਾਪੂਲੇਸ਼ਨ ਥੀਰੀ ਹੈਗੀ ਆ ਕਿ ਜੇ ਤੁਸੀਂ ਜ਼ਿਆਦਾ ਪ੍ਰਾਈਵੇਟ ਕੈਪੀਟਲ ਕਾਰਪੋਰੇਟਾਂ ਨੂੰ ਅਮੀਰ ਕਰੋਗੇ, ਤਕੜੇ ਕਰੋਗੇ, ਤੇ ਉਹਨਾਂ ਦੇ ਫਾਇਦੇ ਥੱਲੇ ਆਖਰੀ ਗਰੀਬ ਤੱਕ ਪਹੁੰਚਣਗੇ ਜਿਹੜੇ ਕਦੀ ਨਹੀਂ ਪਹੁੰਚੇ। ਗੁਰਬਤ ਦਾ ਇੰਡੈਕਸ ਜਿਹੜਾ ਇੰਡੀਆ ਦੇ ਵਿੱਚ ਵੀ ਤੇ ਜਿਹਦੇ ਵਿੱਚ ਪੰਜਾਬ ਵੀ ਆ, ਹਮੇਸ਼ਾ ਵਧੀ ਜਾਂਦਾ। ਹਰ ਕਿਸਮ ਦੀ
ਗੈਰ ਇਮਾਨਦਾਰੀ ਗੈਰ ਕਾਨੂੰਨਾਂ ਤੋਂ ਜਿਹੜੀ ਜੀਵਨ ਹੈ ਉਹਦਾ ਇੰਡੈਕਸ ਵੀ ਦੇਖਿਆ ਜਾਏ ਤਾਂ ਉਹਦੇ ਤੇ ਵੀ ਅਸੀਂ ਨਿੱਘਰਦੇ ਨਜ਼ਰ ਆ ਰਹੇ ਹਾਂ। ਇਸੇ ਲਈ ਹੀ ਬਹੁਤ ਦੇਰ ਪਹਿਲਾਂ ਹੀ ਜਿਹੜੀ ਜਿਸ ਤਰ੍ਹਾਂ ਤੁਸੀਂ ਫਰਮਾਇਆ ਕਿ ਮਾਰਕਸ ਨੇ ਉਹਨਾਂ ਦੇ ਜਵਾਬ ਵਿੱਚ ਹੀ ਇਹ ਕਿਹਾ ਸੀਗਾ, ਯੂਰਪ ਦੇ ਅੰਦਰ ਹੀ ਇਹ ਗੱਲ ਕਹਿਤੀ ਸੀ ਕਿ ਜਿਸ ਦੀਆਂ ਤੁਸੀਂ ਉਮੀਦਾਂ ਕਰਦੇ ਆ ਕਿ ਪ੍ਰਾਈਵੇਟ ਕਾਰਪੋਰੇਟ ਤੁਹਾਡੇ ਸਾਰੇ ਦੇਸ਼ ਭਗਤ ਵੀ ਹੋਣਗੇ ਤੇ ਸਾਰਿਆਂ ਨੂੰ ਨਾਲ ਲੈ ਕੇ ਚੱਲਣਗੇ, ਉਹਨਾਂ ਦਾ ਸਵਾਏ ਆਪਣੇ ਨਫੇ ਤੋਂ ਹੋਰ ਦੁਨੀਆ ਦਾ ਲੈਣਾ ਦੇਣਾ ਕੁਛ ਨਹੀਂ। ਉਹ ਜ਼ਹਿਰ ਵੇਚ ਕੇ ਨਫਾ ਆਉਂਦਾ, ਉਹ ਮਿੱਟੀ ਵੇਚ ਕੇ ਨਫਾ ਆਉਂਦਾ, ਉਹ ਝੂਠ ਬੋਲ ਕੇ ਆਉਂਦਾ, ਉਹ ਕਿਸੇ ਵੀ ਤਰੀਕੇ ਦੇ ਨਾਲ ਉਹਨਾਂ ਦਾ ਹਿੱਤ ਨਫੇ 'ਚ ਆ। ਜਿਵੇਂ ਵਾਰ ਦੇ ਵਿੱਚ ਕੋਈ ਅਸੂਲ ਨਹੀਂ ਮੰਨਿਆ ਜਾਂਦਾ, ਇਹ ਇੱਕ ਅਰਥ ਵਿਵਸਥਾ ਦੀ ਇੱਕ ਯੁੱਧ ਹੈ ਜਿਹਦੇ ਵਿੱਚ ਸਵਾਏ ਦੂਸਰਿਆਂ ਨੂੰ ਮਾਰ ਕੇ ਅੱਗੇ ਕਿਵੇਂ ਵਧਣਾ ਤੇ ਦੂਸਰਿਆਂ ਨੂੰ ਲੁੱਟ ਕੇ ਆਪਣੇ ਆਪ ਨੂੰ ਤਕੜਾ ਕਿਵੇਂ ਕਰਨਾ, ਉਦੋਂ ਇਲਾਵਾ ਹੋਰ ਕੋਈ ਇਸ ਦਾ ਮਕਸਦ ਨਹੀਂ। ਪਰ ਜੋ ਉਹਨਾਂ ਨੇ ਮਾਰਕਸ ਨੇ ਵੀ ਦਿੱਤਾ ਜਸ ਖੰਨਾ ਜੀ, ਉਹ ਵੀ ਕਿਸੇ ਹੱਦ ਤੱਕ ਸ਼ੁਰੂਆਤੀ ਦੌਰ 'ਚ ਬੜੀ ਵੱਡੀ ਕਾਮਯਾਬੀ ਸੋਵੀਅਤ ਯੂਨੀਅਨ 'ਚ ਲੱਗੀ, ਪਰ ਅੱਜ ਉਸ ਤੇ ਵੀ ਵੱਡੀਆਂ ਚਿੰਤਾਵਾਂ ਵੀ ਹੈ, ਉਸ ਤੇ ਵੀ ਵੱਡੇ ਸਵਾਲੀਆ ਚਿੰਨ੍ਹ ਵੀ ਹੈ ਤੇ ਉਹਦੇ ਤੇ ਕਾਫੀ ਕੰਟਰੋਵਰਸੀਜ਼ ਹੈ। ਰਹੀ ਗੱਲ ਪੰਜਾਬ ਦੀ, ਹੁਣ ਇਸ ਬੈਕਗਰਾਉਂਡ 'ਚ ਜਿਹੜੀ ਤੁਸੀਂ ਦਿੱਤੀ ਹੈਗੀ ਹੈ ਕਿ ਕੀ ਪੰਜਾਬ ਕਦੀ ਇਸ ਕਿਸਮ ਦੇ ਰਾਜਨੀਤਿਕ ਮਾਹੌਲ ਦੇ ਅੰਦਰ ਜਿਹੜਾ ਅੱਜ ਅਫਰਾ ਤਫਰੀ ਵਾਲਾ ਮਾਹੌਲ ਹੈ, ਕੀ ਇਹਦੇ 'ਚੋਂ ਉੱਭਰ ਕੇ ਇੱਥੋਂ ਦੀ ਅਰਥ ਵਿਵਸਥਾ ਨੂੰ ਮਜ਼ਬੂਤ ਕਰ ਪਾਊਗਾ? ਮੈਨੂੰ ਲੱਗਦਾ ਕਿ ਦੇਖੋ, ਇੱਕ ਵਾਰੀ ਮੈਂ ਇਸ ਢੰਗ ਨਾਲ ਤੁਹਾਡੀ ਇਸ ਗੱਲ ਦਾ ਜਵਾਬ ਦਊਂਗਾ। ਇੱਕ ਵਾਰੀ ਮੇਰੀ ਸਟੂਡੈਂਟਸ ਦੇ ਨਾਲ ਗੋਆ ਯੂਨੀਵਰਸਿਟੀ 'ਚ ਬਹਿਸ ਹੋ ਗਈ ਤੇ ਬਹੁਤ ਦੇਰ ਬਹਿਸ ਤੋਂ ਬਾਅਦ ਮੇਰੇ ਸਟੂਡੈਂਟਸ ਮੈਨੂੰ ਕਹਿੰਦੇ ਕਿ ਸਰ ਸਾਨੂੰ ਇੰਜ ਲੱਗਦਾ ਕਿ ਤੁਸੀਂ ਕਨਫਿਊਜ਼ ਆ। ਅੱਛਾ, ਮੈਂ ਕਿਹਾ ਕਿ ਥੈਂਕ ਗॉड ਐਟ ਲੀਸਟ ਆਈ ਐਮ ਕਨਫਿਊਜ਼ਡ, ਯੂ ਆਰ ਨਾਟ ਈਵਨ ਦੈਟ। ਉਹਨਾਂ ਨੂੰ ਸਮਝ ਨਾ ਲੱਗੀ ਵੀ ਇਹ ਗੱਲ ਕੀ ਆ। ਫਿਰ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਕਦੀ ਖੋਤਾ ਕੋਈ ਕਨਫਿਊਜ਼ ਹੋਇਆ ਨਹੀਂ ਦੇਖਿਆ। ਕਦੀ ਕੋਈ ਗਧਾ ਕਨਫਿਊਜ਼ ਹੋਇਆ ਨਹੀਂ ਦੇਖਿਆ। ਤੇ ਕਨਫਿਊਜ਼ਨ ਇਜ਼ ਏ ਪ੍ਰੀਲਿਊਡ ਟੂ ਕਲੈਰਿਟੀ। ਜੇ ਤੁਸੀਂ ਕਨਫਿਊਜ਼ ਆ ਘੱਟੋ ਘੱਟ ਤੇ ਕਦੀ ਕਲੈਰਿਟੀ ਹੋ ਜੂ। ਤੇ ਜਿਹੜੇ ਕਨਫਿਊਜ਼ ਹੀ ਨਹੀਂ ਹੈਗੇ ਉਹਨਾਂ ਨੇ ਕਦੀ ਕਲੀਅਰ ਨਹੀਂ ਹੋਣਾ। ਉਹ ਤੇ ਆਪਣੇ ਆਪ ਮੂਰਖ ਸਭ ਤੋਂ ਵੱਧ ਸੈਲਫ ਕੌਨਫੀਡੈਂਟ ਹੁੰਦਾ। ਉਹਨੂੰ ਜਿੰਨਾ ਆਤਮ ਵਿਸ਼ਵਾਸ ਮੂਰਖ ਨੂੰ ਹੁੰਦਾ, ਇਗਨੋਰੈਂਟ ਨੂੰ ਹੁੰਦਾ, ਉਹਨਾਂ ਸਿਆਣੇ ਬੰਦੇ ਨੂੰ ਨਹੀਂ ਹੁੰਦਾ। ਸਿਆਣਾ ਬੰਦਾ ਹਮੇਸ਼ਾ ਕਨਫਿਊਜ਼ ਜਿਹਾ ਰਹਿੰਦਾ ਕਿਉਂਕਿ ਉਹਨੇ ਸਾਰੀਆਂ ਚੀਜ਼ਾਂ ਦੇ ਵਿੱਚ ਜੋੜ ਕੇ ਆਪਣੀ ਸੋਚ ਨੂੰ ਦੇਖਣਾ। ਪੰਜਾਬ ਦੀ ਜਿਹੜੀ ਹਾਲਤ ਹੈ ਜਸ ਖੰਨਾ ਜੀ, ਉਹ ਇਸ ਕਿਸਮ ਦੇ ਸੰਕਟ ਵਿੱਚੋਂ ਹੈ। ਤੇ ਮੈਂ ਤਾਂ ਉਹ ਐਗਜ਼ਾਮਪਲ ਦੇ ਕੇ ਕਹੀ ਹੈ ਕਿ ਤੁਸੀਂ ਇਹ ਦੇਖੋ ਕਿ ਸਾਡਾ ਸੰਕਟ ਹੈ ਤੇ ਅਸੀਂ ਇਸ ਸੰਕਟ ਬਾਰੇ ਹਾਲ ਦਵਾਈ ਪਾਉਨੇ ਆ ਜੀ। ਜਿਸ ਤਰ੍ਹਾਂ ਮੈਂ ਕਨਫਿਊਜ਼ ਵਾਲੀ ਗੱਲ ਕੀਤੀ ਹੈ, ਠੀਕ ਹੈ ਨਾ, ਕਿ ਤੁਸੀਂ ਉਹਨਾਂ ਸੂਬਿਆਂ ਦੀ ਹਾਲਤ ਲਾਓ ਕਿ ਜਿਹੜੇ ਮਰ ਵੀ ਰਹੇ ਆ ਤੇ ਉਹ ਮਸਤ ਵੀ ਹੈਗੇ ਆ, ਉਹਨਾਂ ਨੂੰ ਕੋਈ ਫਰਕ ਨਹੀਂ ਪੈ ਰਿਹਾ। ਜੀ, ਖਾਸ ਕਰਕੇ ਤੁਸੀਂ ਉਹ ਜਿਹੜੇ ਬਹੁਤ ਆਦੀਵਾਸੀ ਇਲਾਕੇ ਦੇਖ ਲਓ ਜਿੱਥੇ ਧੜਾ ਧੜ ਬਹੁਤ ਵੱਡੀ ਲੁੱਟ ਆ, ਮਰ ਰਹੇ ਆ ਲੋਕ, ਭੁੱਖ ਮਰੀ ਹੈ, ਪਰ ਉਹ ਇਸ ਗੱਲ ਦੀ ਹਾਲ ਦਵਾਈ ਨਹੀਂ ਪਾ ਰਹੇ। ਹਾਂ, ਕਿਤੇ ਕਿਤੇ ਜਿਹੜੀਆਂ ਨਕਸਲਾਈਟ ਮੂਵਮੈਂਟਸ ਹੈ ਉਸ ਕਿਸਮ ਦੀ ਆਰਮਡ ਰੈਜ਼ਿਸਟੈਂਸ ਹੈਗੀ ਆ। ਯੂਪੀ ਦਾ ਦੇਖ ਲਓ, ਬਿਹਾਰ ਦਾ ਦੇਖ ਲਓ, ਮੱਧ ਪ੍ਰਦੇਸ਼ ਦਾ, ਰਾਜਸਥਾਨ ਦੇ ਜਿਹੜੇ ਉਹ ਜ਼ਿਲ੍ਹੇ ਆ ਜਿੱਥੇ ਬਾਂਸਵਾੜਾ ਵਗੈਰਾ ਜਿੱਥੇ ਆਦੀਵਾਸੀ ਆ, ਤੁਸੀਂ ਹਾਲਾਤ ਦੇਖੋ। ਈਵਨ ਗੁਜਰਾਤ ਦੇ ਰੂਰਲ ਏਰੀਏ ਨੂੰ ਦੇਖ ਲਓ, ਬਹੁਤ ਮਾੜਾ ਹਾਲ ਆ। ਅਸੀਂ ਘੱਟੋ ਘੱਟ ਜੇ ਸਾਡਾ ਮਾੜਾ ਹਾਲ ਤੇ ਕੋਠੇ ਚੜ ਦਵਾਈਆਂ ਤੇ ਦੇ ਰਹੇ ਆ। ਜੇ ਦਵਾਈਆਂ ਦਵਾਂਗੇ, ਰੌਲਾ ਪਾਵਾਂਗੇ ਤੇ ਕੋਈ ਹੱਲ ਵੀ ਕੱਢ ਲਾਂਗੇ। ਬਿਲਕੁਲ। ਇਹ ਜਿਨ੍ਹਾਂ ਨੇ ਅਜੇ ਗੋੜੇ ਚੋਂ ਪੂਣੀ ਨਹੀਂ ਕੱਤੀ, ਉਹਨਾਂ ਨੇ ਕਿੱਥੇ ਕਦੋਂ ਪਹੁੰਚਣਾ, ਉਹਨਾਂ ਨੇ ਕਦੋਂ ਕੱਤਣਾ ਪੂਰਾ। ਅਸੀਂ ਆਪਣੇ ਇਸ ਗੱਲ ਨੂੰ ਜਿਹੜੀ ਤੁਸੀਂ ਅੱਜ ਮੁੱਦਾ ਰੱਖਿਆ, ਸਾਨੂੰ ਇਹਨੂੰ ਨੈਗੇਟਿਵਲੀ ਨਹੀਂ ਲੈਣਾ ਚਾਹੀਦਾ। ਸਾਨੂੰ ਇਸ ਨੂੰ ਕੋਈ ਨਿਰਾਸ਼ਾਜਨਕ ਸਿਨੈਰੀਓ ਦੇ ਤੌਰ ਤੇ ਨਹੀਂ ਲੈਣਾ ਚਾਹੀਦਾ। ਅਸੀਂ ਆਪਣੀ ਪ੍ਰੋਬਲਮ ਨੂੰ ਸਮਝ ਰਹੇ ਹਾਂ ਔਰ ਉਹਦਾ ਕੋਈ ਹੱਲ ਕੱਢਣ ਲਈ ਹੱਥ ਪੈਰ ਮਾਰ ਰਹੇ ਹਾਂ। ਜਿਹੜੇ ਸੁੱਤੇ ਪਏ ਆ ਉਹ ਬਹੁਤ ਪਛੜੇ ਹੋਏ ਆ। ਹੁਣ ਜਿਹੜੀ ਪੋਲਿਟਿਕਸ ਦੀ ਰਾਜਨੀਤਿਕ ਸੰਕਟ ਤੇ ਸਾਡੇ ਹੈ, ਅਸੀਂ ਬਾਰ-ਬਾਰ ਟਰਾਈ ਕਰ ਰਹੇ ਹਾਂ। ਦੇਖੋ, ਇੱਕ ਗੱਲ ਜਿਹੜੀ ਤੁਸੀਂ ਵੀ ਸ਼ੁਰੂ 'ਚ ਕਹੀ, ਮੈਂ ਉਹਦੇ ਨਾਲ ਐਗਰੀ ਕਰਦਾ ਕਿ ਜੇ ਸਿਰਫ ਅਸੀਂ ਆਪਣਾ ਪੈਸੇ ਦਾ ਹਵਸ, ਸੱਤਾ ਦਾ ਹਵਸ ਜਾਂ ਹੋਰ ਜਾਇਦਾਦਾਂ ਬਣਾਉਣ ਦਾ ਹਵਸ ਲੱਗੇ ਰਾਂਗੇ ਤੇ ਆਪ ਤੇ ਕਸ਼ਟ ਭੋਗਾਂਗੇ ਹੀ, ਦੂਸਰਿਆਂ ਨੂੰ ਵੀ ਕਸ਼ਟ ਵਿੱਚ ਧੱਕਾਂਗੇ। ਬਿਲਕੁਲ। ਯਾਨੀ ਅੱਜ ਹੋ ਕੀ ਰਿਹਾ,
ਕੁਛ ਇਸ ਕਰਕੇ ਮਰ ਰਹੇ ਆ ਕਿ ਕੋਈ ਉਹਨਾਂ ਕੋਲ ਇੰਨਾ ਕੁਝ ਹੋ ਗਿਆ, ਉਹਨਾਂ ਨੂੰ ਸਮਝ ਨਹੀਂ ਪੈਂਦੀ ਦੁਖੀ ਆ ਕਿ ਸਾਂਭੀਏ ਕਿਵੇਂ, ਔਰ ਇਸ ਚਿੰਤਾ 'ਚ ਡੁੱਬੀ ਜਾਂਦੇ ਆ। 20 ਰੋਗ ਲਵਾ ਲਏ ਆ, ਡਾਕਟਰਾਂ ਨੂੰ ਪੈਸੇ ਦੇਈ ਜਾਂਦੇ। ਕੁਛ ਵਿਚਾਰੇ ਇਸ ਕਰਕੇ ਮਰੀ ਜਾਂਦੇ ਆ ਕਿ ਉਹਨਾਂ ਕੋਲ ਹੈ ਹੀ ਕੁਛ ਨਹੀਂ, ਉਹਨਾਂ ਨੂੰ ਇਹ ਨਹੀਂ ਪਤਾ ਕਿ ਅਗਲੇ ਡੰਗ ਦੀ ਰੋਟੀ ਕਿਵੇਂ ਖਾਣੀ। ਜਾਣੀ ਨਾਨਕ ਦੁਖੀਆ ਸਭ ਸੰਸਾਰ। ਬਿਲਕੁਲ ਜੇ ਅਸੀਂ ਇਸ ਕਿਸਮ ਦੀ ਜਿਹੜੀ ਕਹਾਣੀ ਵੰਡਿਆ, ਅਨਿਆਂ ਹੈ, ਧੱਕਾ ਹੈ, ਹਿਊਮਨ ਰਾਈਟਸ ਦਾ ਕੁਐਸਚਨ ਹੋਰ ਇਹ ਤੋਂ ਵੱਡਾ ਹੋਰ ਕੀ ਹੋ ਸਕਦਾ? ਜਿੱਥੇ ਜਾਤੀਗਤ ਵਿਤਕਰਾ ਹੋਵੇ, ਧਰਮਾਂ ਦੀ ਨਫ਼ਰਤ ਹੋਵੇ ਤੇ ਲੋਕਾਂ ਨੂੰ ਖਾਣ ਦੀ ਰੋਟੀ ਨਾ ਹੋਵੇ, ਬੇਰੁਜ਼ਗਾਰੀ ਪਈ ਹੋਵੇ, ਇਹਦੋਂ ਵੱਧ ਹਿਊਮਨ ਰਾਈਟਸ ਦਾ, ਮਨੁੱਖੀ ਅਧਿਕਾਰਾਂ ਦਾ ਹਨਨ ਕੀ ਹੋ ਸਕਦਾ? ਸਾਹ ਲੈਣ ਲਈ ਹਵਾ ਨਾ ਹੋਵੇ, ਪੀਣ ਲਈ ਸਾਫ਼ ਪਾਣੀ ਨਾ ਹੋਵੇ। ਇਹ ਕੀ ਕਿਹੋ ਜਿਹਾ ਸਮਾਜ, ਕਿਹੋ ਜਿਹੀ ਪੰਜਾਬ ਤੇ ਕਿਹੋ ਜਿਹਾ ਅਸੀਂ ਆਪਣੀ ਸੁਸਾਇਟੀ ਨੂੰ ਬਣਾਇਆ? ਇਹ ਜਿਹੜਾ ਤੁਸੀਂ ਮੁੱਦਾ ਛੇੜਿਆ, ਇਹ ਬਹੁਤ ਬੇਸਿਕ ਤੇ ਅਹਿਮ ਹੈਗਾ। ਪੰਜਾਬ ਨੂੰ ਜੇ ਫੋਕਸ ਕਰਕੇ ਮੈਂ ਲਾਸਟ ਗੱਲ ਕਹਾਂ ਜੈਸ ਜੀ, ਸਾਡਾ ਰਾਜਨੀਤਿਕ ਪੱਧਰ ਤੇ ਬਹੁਤ ਹੀ ਅਜੇ ਉਥਲ ਪੁਥਲ ਹੋਊਗੀ। ਅਜੇ ਸਾਡਾ ਸੰਕਟ ਕੁਝ ਲੰਮੇ ਦੌਰ ਤੱਕ ਵੀ ਚੱਲ ਸਕਦਾ। ਉਹਦੇ ਚੋਂ ਬਾਰ-ਬਾਰ ਕੋਸ਼ਿਸ਼ ਕੀਤੀ ਆ। ਇੱਕ ਕੋਸ਼ਿਸ਼ ਕੀਤੀ ਸੀਗੀ ਪਤੰਗ ਚੜਾਉਣ ਦੀ ਮਨਪ੍ਰੀਤ ਬਾਦਲ ਦੀ, ਉਹ ਚੜੀ ਨਹੀਂ, ਉਹ ਆਪ ਵੀ ਹਾਰ ਗਏ। ਉਹਨਾਂ ਦਾ ਪਤੰਗ ਚੋਣ ਨਿਸ਼ਾਨ ਸੀਗਾ, ਚੜੀ ਨਹੀਂ। ਉਹਦੇ 'ਚ ਇਹ ਜਿਹੜੇ ਹੁਣ ਵਾਲੇ ਭਗਵੰਤ ਮਾਨ ਚੀਫ ਮਿਨਿਸਟਰ ਹੈ, ਉਹਦੇ ਵਿੱਚ ਸੀ ਉਦੋਂ। ਉਹਨੂੰ ਛੱਡ ਕੇ ਫਿਰ ਅਸੀਂ ਸਾਰਿਆਂ ਨੇ ਰਲ ਕੇ ਇੱਕ ਪੱਧਰ ਤੇ 2013-14 ਚ ਸੋਚਿਆ ਵੀ ਚਲੋ ਪਤੰਗ ਤੇ 12 ਵਾਲੀ ਟੁੱਟ ਗਈ, ਬੋ ਕਾਂਟਾ ਹੋ ਗਈ। ਤੇ ਹੁਣ ਇੱਥੇ ਇਹਨਾਂ ਦਾ, ਝਾੜੂ ਵਾਲਿਆਂ ਦਾ ਦੇਖੀਏ, ਗੱਲਾਂ ਬੜੀਆਂ ਸੋਹਣੀਆਂ ਕੇਜਰੀਵਾਲ ਕਰਦਾ। ਉਹਦਾ ਸਾਨੂੰ 2014 ਚ ਹੀ ਪਤਾ ਲੱਗ ਗਿਆ। ਆ ਹੁਣ ਫਿਰ ਸਾਰੇ ਪੱਥਰੇ ਖੁੱਲ ਰਹੇ। ਅੱਜ ਵੀ ਅਖਬਾਰਾਂ 'ਚ ਤੁਸੀਂ ਵੀ ਪੜ੍ਹਿਆ ਹੋਣਾ, ਪੈਸੇ ਮੰਗ ਕੇ ਟਿਕਟਾਂ ਦੇ ਰਹੇ। ਦਿੱਲੀ ਦੇ ਵਿੱਚ MC ਦਾ ਗ੍ਰਿਫਤਾਰੀਆਂ ਹੋਈਆਂ, MLA ਦਾ ਜੇ ਉਹ, ਇਹ ਸਾਰਾ ਚੱਲ ਰਿਹਾ। ਉੱਥੇ ਗੁਜਰਾਤ ਵਿੱਚ ਵੀ ਇਹ ਕੁਝ ਹੋ ਰਿਹਾ। ਇੱਥੇ ਵੀ ਸਾਰਾ ਆਪਾਂ ਹੰਢਾ ਰਹੇ ਹਾਂ। ਹਾਲਾਂਕਿ ਟਾਈਮ ਥੋੜਾ ਆ, ਪਰ ਜੋ ਗਾਂ ਪਤਾ ਲੱਗ ਜਾਂਦਾ ਪਿੰਡ ਦੇ ਘੀਰਿਆਂ ਤੋਂ ਹੀ ਕਿ ਪਿੰਡ ਕਿਹੋ ਜਿਹਾ। ਹੁਣ ਇਹ ਸ਼ੁਰੂਆਤੀ ਦੌਰ ਦੇ ਜਿਹੜੇ 7-8 ਮਹੀਨੇ ਹੋ ਗਏ, ਇੱਥੋਂ ਸਾਨੂੰ ਅੰਦਾਜ਼ਾ ਲੱਗ ਗਿਆ ਕਿ ਗਾਂ ਜੇ 5 ਸਾਲ ਚੱਲਦੇ ਵੀ ਆ ਤੇ ਕਿਹੋ ਜਿਹੇ ਹੋਣਗੇ। ਤੇ ਇਹੀ ਇੱਕ ਉਮੀਦ ਸਾਨੂੰ ਪੰਜਾਬੀਆਂ ਨੂੰ ਜਾਗੀ ਸੀਗੀ। ਦੂਜੀ ਉਮੀਦ ਜਿਹੜੀ ਹੈ ਉਹ ਕਿਸਾਨਾਂ ਨੇ ਜਗਾਈ ਸੀ। ਹੁਣ ਕਿਸਾਨ ਇੱਕ ਵਿਦਰੋਹ ਤੇ ਰੋਸ ਤੇ ਕਰ ਸਕਦੇ ਆ, ਉਹ ਰਾਜਨੀਤਿਕ ਸੰਗਠਨ ਬਣਾ ਕੇ ਅੱਗੇ ਆਉਣ, ਉਹ ਅਜੇ ਸਾਨੂੰ ਕੋਈ ਉਮੀਦ ਨਹੀਂ ਦਿਖਦੀ। ਤੇ ਇਹਦੇ ਲਈ ਮੈਨੂੰ ਤੇ ਲੱਗਦਾ ਕਿ ਕੁਝ ਸਮਾਂ ਸਾਡਾ ਸੰਕਟ ਦਾ ਹੋਰ ਅਜੇ ਖਿੱਚੂਗਾ। ਔਰ ਜੇ ਰਾਜਨੀਤਿਕ ਸੰਕਟ ਰਹੂਗਾ, ਜਿਵੇਂ ਤੁਸੀਂ ਬਹੁਤ ਸੋਹਣਾ ਸਵਾਲ ਨੂੰ ਫਰੇਮ ਕੀਤਾ, ਤਾਂ ਆਰਥਿਕ, ਸਮਾਜਿਕ ਤੇ ਹੋਰ ਸੰਕਟ ਤੇ ਵਾਤਾਵਰਨ ਦਾ ਸੰਕਟ ਵੀ ਬਣਿਆ ਰਹੂਗਾ। ਕਿਉਂਕਿ ਆਖਿਰਕਾਰ ਜਿਹੜੀ ਮੈਨੇਜਮੈਂਟ ਆ ਕਿਸੇ ਵੀ ਸੂਬੇ ਦੀ, ਉਹ ਘਰ ਦੇ ਲੰਬੜਦਾਰ ਕੋਲ ਹੁੰਦੀ ਆ, ਉਹ ਸਰਕਾਰ ਕੋਲ ਹੋਣੀ ਆ ਸੂਬੇ ਦੀ ਮੈਨੇਜਮੈਂਟ। ਤੇ ਜੇ ਉਹ ਮੈਨੇਜਮੈਂਟ ਹੀ ਇਮਾਨਦਾਰ ਨਹੀਂ, ਉਹ ਕੁਛ ਕਹਿੰਦੇ ਕੁਛ ਹੋ ਰਿਹਾ ਤੇ ਕਰਦੇ ਕੁਛ ਹੋ ਰਿਹਾ, ਤਾਂ ਫਿਰ ਪੰਜਾਬ ਦੇ ਪੰਜਾਬੀਅਤ ਵੱਲ ਜਾਂ ਉਹਨਾਂ ਦੇ ਆਮ ਲੋਕਾਂ ਵੱਲ ਕੌਣ ਦੇਖੂਗਾ? ਹਾਂਜੀ ਜੀ ਮਨਜੀਤ ਜੀ, ਇੱਕ ਨਾ ਜਿਹੜੀ ਤੁਸੀਂ ਕਿਹਾ ਹੈ ਕਿ ਕਿਹਨਾਂ ਕੋਲ ਤਾਕਤ ਹੁੰਦੀ ਹੈ, ਕਿਹਨਾਂ ਦੀ ਜ਼ਿੰਮੇਵਾਰੀ ਹੁੰਦੀ ਹੈ, ਕਿਹੜੇ ਇਸ ਗੱਲ ਨੂੰ ਸਮਝਦੇ ਨੇ। ਕਈ ਵਾਰ ਇਹ ਚਰਚਾ 'ਚ ਗੱਲਬਾਤ ਆਉਂਦੀ ਆ ਕਿ ਜਿਹੜੇ ਆਗੂ ਨੇ, ਜਿਹੜੇ ਸਿਆਸੀ ਲੀਡਰ ਨੇ, ਜਿਹੜੇ ਇਸ ਵਕਤ ਪਾਵਰ ਵਿੱਚ ਨੇ ਜਾਂ ਜਿਹੜੇ ਪਹਿਲਾਂ ਵੀ ਪਾਵਰ ਵਿੱਚ ਰਹਿ ਚੁੱਕੇ ਨੇ, ਜਿਨ੍ਹਾਂ ਦੇ ਹੱਥ ਵਿੱਚ ਸੱਤਾ ਰਹਿ ਚੁੱਕੀ ਹੈ, ਉਹਨਾਂ ਸਾਰਿਆਂ ਵਿੱਚੋਂ ਕਿੰਨੇ ਕੁ % ਇੰਨੇ ਨੇ ਜਿਹੜੇ ਸਮਝਦੇ ਨੇ ਕਿ ਇਕੋਨਮੀ ਕੀ ਹੁੰਦੀ ਹੈ, ਪੋਲੀਟਿਕਸ ਕੀ ਹੁੰਦਾ ਹੈ, ਐਡਮਿਨਿਸਟ੍ਰੇਸ਼ਨ ਕੀ ਹੁੰਦਾ ਹੈ, ਕਿੰਨਿਆਂ ਕੁ ਨੂੰ ਇਹ ਵਿਜ਼ਨ ਹੈਗਾ, ਕਿੰਨਿਆਂ ਕੁ ਨੂੰ ਇਹ ਸਮਝ ਹੈਗੀ ਹੈ। ਕਈ ਮਾਹਿਰ ਕਹਿੰਦੇ ਨੇ ਔਰ ਸਿੱਧੀ ਭਾਸ਼ਾ 'ਚ ਬੋਲਦੇ ਨੇ, ਸਿੱਧੀ ਪੱਧਰੀ ਭਾਸ਼ਾ, ਕਹਿੰਦੇ ਬਾਕੀਆਂ ਨੂੰ ਤਾਂ ਇਲ ਦਾ ਨਾ ਕੋਕੋ ਨਹੀਂ ਆਉਂਦਾ। ਨਾ ਉਹਨਾਂ ਨੂੰ ਇਕੋਨਮੀ ਦਾ ਪਤਾ ਹੈ, ਨਾ ਪੋਲੀਟੀਕਲ ਇਕੋਨਮੀ ਦਾ ਪਤਾ ਹੈ, ਨਾ ਸਿਆਸਤ ਪਤਾ ਕੀ ਹੁੰਦੀ ਹੈ, ਨਾ ਐਡਮਿਨਿਸਟ੍ਰੇਸ਼ਨ ਪਤਾ ਕੀ ਹੁੰਦੀ ਹੈ। ਬਸ ਕਿਸੇ ਤਰ੍ਹਾਂ ਵੋਟਾਂ ਖਿੱਚ ਕੇ ਵਜ਼ਾਰਤ 'ਚ ਆ ਗਏ ਨੇ, ਮੰਤਰੀ ਬਣ ਗਏ ਨੇ ਤੇ ਮੰਤਰਾਲਿਆ ਮਿਲ ਗਿਆ ਉਹਨਾਂ ਨੂੰ, ਕਿਸੇ ਤਰ੍ਹਾਂ ਮੰਤਰੀ ਸਾਹਿਬ ਹੋਣ ਲੱਗ ਪਈ ਹੈ। ਇਲਾ ਦਾ ਨਾਂ ਕੋਕੋ ਨਹੀਂ ਆਉਂਦਾ ਉਹਨਾਂ ਨੂੰ। ਤੇ ਉਹ ਦੱਸੋ ਉਹਨਾਂ ਤੋਂ ਕੀ ਉਮੀਦ ਕਰੀਏ, ਉਹਨਾਂ ਦਾ ਕੀ ਵਿਜ਼ਨ ਹੋ ਸਕਦਾ ਹੈ। ਕਈ ਵਾਰ ਇਹੋ ਜਿਹੀਆਂ ਗੱਲਾਂ ਸੁਣਨ ਨੂੰ ਮਿਲਦੀਆਂ ਨੇ। ਤੁਸੀਂ ਐਗਰੀ ਕਰਦੇ ਹੋ ਉਹਨਾਂ ਮਾਹਿਰਾਂ ਦੀ ਇਸ ਗੱਲ ਨਾਲੋਂ ਕਿ ਕਈ ਮੰਤਰੀਆਂ ਨੂੰ ਇਲਾ ਦਾ ਨਾਂ ਕੋਕੋ ਨਹੀਂ ਆਉਂਦਾ? ਨਹੀਂ, ਕਰਦਾ ਵੀ ਆ ਤੇ ਨਹੀਂ ਵੀ ਜੀ ਕਰਦਾ। ਇਸ ਕਰਕੇ ਐਗਰੀ ਆ ਕਿ ਚਲੋ ਮਾੜਾ ਮੋਟਾ ਤੇ ਦੁਨੀਆ ਦੀ ਸੂਝ-ਬੂਝ ਹੋਣੀ ਚਾਹੀਦੀ ਆ। ਜ਼ਿਆਦਾਤਰ ਮੇਰਾ ਇਹ ਵਿਚਾਰ ਹੈ ਵੀ ਅਨਪੜ੍ਹ ਹੋਣਾ ਕੋਈ ਮਾੜੀ ਗੱਲ ਨਹੀਂ ਹੈਗੀ। ਜੇ ਤੁਸੀਂ ਅਨਪੜ੍ਹ ਆ ਤੇ ਤੁਹਾਡੇ ਕੋਲ ਸੱਤਾ ਆ ਗਈ ਹੈ, ਇਮਾਨਦਾਰੀ ਤੇ ਹੋਵੇ, ਕੁਝ ਕਰਨ ਦੀ ਤਮੰਨਾ ਦੇ ਹੋਵੇ, ਤੁਹਾਡਾ ਦੁਨੀਆ ਦਾ ਦਰਦ ਤੁਹਾਡੇ ਦਿਲ ਦੇ ਵਿੱਚ ਤੇ ਹੋਵੇ। ਮੈਨੂੰ ਇਹ ਦੱਸੋ, ਕਬੀਰ ਜੀ ਕਿਹੜੀ ਯੂਨੀਵਰਸਿਟੀ 'ਚ ਪੜ੍ਹ ਕੇ ਆਏ ਸੀ? ਬਿਲਕੁਲ ਸਹੀ ਗੱਲ, ਮੈਨੂੰ ਦੱਸੋ ਨਾ। ਤੇ ਕਿਹੜੇ ਜਾ ਕੇ ਉਹਨਾਂ ਨੇ ਵੱਡੇ ਵੱਡੇ ਯੂਨੀਵਰਸਿਟੀਆਂ 'ਚ
ਕਾਲਜਾਂ ਵਿੱਚ ਲੈਕਚਰ ਦਿੱਤੇ ਜਾਂ ਆਪਣਾ ਖੱਡੀ ਤੇ ਕੰਮ ਕੀਤਾ, ਮਿਹਨਤ ਦਾ ਕੰਮ ਕੀਤਾ ਤੇ ਸਾਰੀ ਦੁਨੀਆ ਨੂੰ ਰੁਸ਼ਨਾ ਕੇ ਗਏ ਆ। ਇਸੇ ਤਰੀਕੇ ਨਾਲ ਸਾਡੇ ਜਿਹੜੇ ਬਾਕੀ ਗੁਰੂ ਸਾਹਿਬਾਨ ਹੈਗੇ ਆ, ਉਹਨਾਂ ਦਾ ਵੀ ਆਪਾਂ ਨੂੰ ਸਾਰਿਆਂ ਦਾ ਪਤਾ ਹੀ ਹੈ ਕਿ ਉਹ ਕਿੰਨਾ ਸਿੰਪਲ ਜੀਵਨ ਸੀ ਉਹਨਾਂ ਦਾ, ਪਰ ਉਹਨਾਂ ਦੇ ਵਿਚਾਰ, ਉਹਨਾਂ ਦੇ ਜੋ ਸਮਾਜ ਨੂੰ ਦਿੱਤਾ, ਅੱਜ ਤੱਕ ਅਸੀਂ ਉਹਨਾਂ ਨੂੰ ਪੂਜਦੇ ਹਾਂ, ਉਹਨਾਂ ਦੇ ਵਿਚਾਰਾਂ ਨੂੰ, ਉਹਨਾਂ ਦੇ ਕੰਮਾਂ ਨੂੰ ਪੂਜਦੇ, ਉਹਨਾਂ ਦੀ ਸਿੱਖਿਆ ਨੂੰ, ਔਰ ਜੋ ਮਾਰਗ ਸਾਡਾ ਜੀਣ ਲਈ ਰੋਸ਼ਨ ਕਰਕੇ ਗਏ। ਇਹਨਾਂ ਨੂੰ ਕੀ ਮੌਤ ਪੈਂਦੀ ਹੈ? ਗੁਰਦੁਆਰੇ ਵੀ ਜਾਂਦੇ ਆ, ਮੰਦਿਰਾਂ 'ਚ ਵੀ ਜਾਂਦੇ ਆ, ਸਾਰੀ ਜਗ੍ਹਾ ਜਾਂਦੇ ਆ, ਕਰਤਾਰਪੁਰ ਦਾ ਲਾਂਘਾ ਵੀ ਖਲਵਾਉਂਦੇ ਆ, ਸਵਾਏ ਪੋਲਿਟਿਕਸ ਤੋਂ। ਕਰਦੇ ਕੀ ਹੈ? ਆਪਣੇ ਜੀਵਨ 'ਚ ਉਹਦਾ 10% ਹੀ ਉਤਾਰ ਲੈਣ, ਜੇ ਨਹੀਂ ਬਾਕੀ 90% ਛੱਡ ਦੇਣ। ਤੁਸੀਂ ਉਹਦਾ ਕੁਛ ਵੀ ਅੰਸ਼ ਆਪਣੇ ਜੀਵਨ 'ਚ ਉਤਾਰਨਾ ਨਹੀਂ, ਜਿਹਦੀ ਤੁਸੀਂ ਰੋਜ਼ ਸੋਲੇ ਗਾਉਂਦੇ ਆ, ਢੋਲੇ ਗਾਉਂਦੇ ਆ, ਔਰ ਜਾ ਕੇ ਖੰਡ ਪਾਠ ਕਰਾਉਂਦੇ ਆ, ਮੱਥੇ ਟੇਕਦੇ ਆ, ਤੇ ਜਿਹੜਾ ਤੁਹਾਡਾ ਅਸਲੀ ਕਾਰਗੁਜ਼ਾਰੀ ਹੈ ਉਹਦੇ ਵਿੱਚ ਤੇ ਤੁਸੀਂ ਫੇਲ ਕਰਤਾ ਸਾਰਿਆਂ ਨੂੰ। ਤੁਹਾਡੇ 'ਚ 1% ਵੀ ਉਹ ਅੰਸ਼ ਨਹੀਂ, ਤੁਸੀਂ ਨੇੜੇ ਦੇ ਨਹੀਂ। ਸਗੋਂ ਜੋ ਤੁਸੀਂ ਜਿੱਥੇ ਮੱਥਾ ਟੇਕ ਕੇ ਆਉਂਦੇ ਆ, ਜੋ ਉੱਥੇ ਤੁਹਾਨੂੰ ਉਹ ਚੰਗੀਆਂ ਜਗ੍ਹਾ ਜਿਹੜੀਆਂ ਆ, ਪੂਜਨੀय ਜਗ੍ਹਾ ਆ, ਉਹਨਾਂ 'ਚੋਂ ਕੀ ਸਿੱਖ ਕੇ ਆਉਂਦੇ ਆ ਤੇ ਕੀ ਲੋਕਾਂ ਨੂੰ ਸਿਖਾਉਂਦੇ ਆ? ਕੀ ਰੋਲ ਮਾਡਲ ਬਣਦੇ ਆ ਤੁਸੀਂ ਪੋਲੀਟੀਸ਼ੀਅਨ ਲੋਕਾਂ ਲਈ, ਸੁਸਾਇਟੀ ਲਈ? ਇਸ ਲਈ ਅਸਲੀ ਕਮੀ ਜਿਹੜੀ ਹੈ ਉਹ ਪੜ੍ਹਾਈ ਦੀ ਨਹੀਂ ਹੈਗੀ, ਅਸਲੀ ਕਮੀ ਇਮਾਨਦਾਰੀ ਦੀ ਤੇ ਵਿਲ ਦੀ, ਕੁਝ ਕਰ ਸਕਣ ਦੀ ਉਹ ਨਹੀਂ ਹੈਗੀ, ਕੋਸ਼ਿਸ਼ ਨਹੀਂ ਹੈਗੀ, ਬੇਈਮਾਨੀ ਹੈ, ਦਿਮਾਗ 'ਚ ਬੇਈਮਾਨੀ ਭਰੀ ਹੈ। ਸੱਤਾ ਚਾਉਣਾ ਸੀ, ਹੱਥ ਪੈ ਗਿਆ, ਹੁਣ ਸੱਤਾ ਤੋਂ ਗਾਂ ਸੱਤਾ ਕਿਵੇਂ ਬਣਾਉਣੀ ਆ, ਉਹ ਬਿਨਾਂ ਬੇਈਮਾਨੀ ਤੋਂ ਉਹਨਾਂ ਨੂੰ ਲੱਗਦਾ ਬਣ ਨਹੀਂ ਸਕਦੀ, ਹਾਲਾਂਕਿ ਰਾਹ ਗਲਤ ਆ। ਜੇ ਤੁਸੀਂ ਇਮਾਨਦਾਰ ਹੋ, ਚੰਗੇ ਕੰਮ ਕਰੋ, ਬਿਨਾਂ ਇੱਕ ਪੈਸਾ ਵੀ ਤੁਸੀਂ ਸਾਈਕਲ ਤੇ ਚੜ੍ਹ ਕੇ ਵੀ ਮਨਾਦੀ ਕਰ ਸਕਦੇ, ਤੁਹਾਨੂੰ ਲੋੜ ਹੀ ਨਹੀਂ, ਲੋਕ ਖੁਦ ਤੁਹਾਡਾ ਕੰਮ ਕਰ ਦੇਣਗੇ, ਤੁਹਾਨੂੰ ਕੋਈ ਕਿਸੇ ਦੇ ਜਾ ਕੇ ਹੱਥ ਜੋੜ ਕੇ ਵੋਟ ਮੰਗਣ ਦੀ ਲੋੜ ਨਹੀਂ। ਲੋਕ ਖੁਦ ਆਉਣਗੇ, ਪੈਸੇ ਵੀ ਦੇਣਗੇ, ਤੁਹਾਡਾ ਕੰਮ ਵੀ ਕਰਨਗੇ, ਤੁਹਾਡੀ ਮਨਾਦੀ ਵੀ ਕਰਨਗੇ, ਕਿਉਂਕਿ ਤੁਸੀਂ ਉਹਨਾਂ ਦੇ ਲੀਡਰ ਆ, ਤੁਸੀਂ ਉਹਨਾਂ ਦੇ ਦਿਲਾਂ 'ਚ ਆ, ਤੁਸੀਂ ਉਹਨਾਂ ਨੂੰ ਪੜਨਾਏ ਹੋਏ ਆ। ਇਹ ਕੀ ਕਰਦੇ ਆ? ਚੋਰੀ ਦਾ ਪੈਸਾ ਇਕੱਠਾ ਕਰਦੇ ਆ, ਖੱਡਾਂ ਦੀ ਰੇਤਾ ਬੱਜਰੀ ਹੋਰ ਸਾਰਾ ਪਹਿਲਾਂ ਚੋਰੀ ਦਾ 2 ਨੰਬਰੀ ਪੈਸਾ ਇਕੱਠਾ ਕਰਦੇ ਆ, ਤਬਾਹੀ ਮਚਾਉਂਦੇ ਆ, ਜਿਸ ਤਰ੍ਹਾਂ ਦੀਆਂ ਖੱਡਾਂ ਦੇ ਏਰੀਏ ਦੇ ਵਿੱਚ ਕੀਤਾ। ਉਹ ਪੈਸੇ ਨੂੰ ਰੱਖ ਕੇ ਫਿਰ ਲੋਕਾਂ ਦਾ ਬੇਵਕੂਫ ਬਣਾਉਂਦੇ ਆ, ਕਿਸੇ ਨੂੰ ਭੀਖ ਮੰਗੇ ਬਣਾਉਂਦੇ ਆ। ਇਹਨਾਂ ਤੇ ਸਾਡੇ ਪੰਜਾਬ ਦੇ ਸੱਭਿਆਚਾਰ ਦਾ ਵੀ ਸਤਿਆਨਾਸ਼ ਕਰ ਦਿੱਤਾ। ਕਿਸੇ ਨੂੰ ਦਾਰੂਆਂ ਤੇ ਲਾਤਾ, ਕਿਸੇ ਨੂੰ ਨਸ਼ੇ ਤੇ ਲਾਤਾ, ਕਿਸੇ ਨੂੰ ਦੂਜਿਆਂ ਦੇ ਅੰਨ ਆਊਗਾ, ਆਟਾ ਦਾਲ ਸਕੀਮ ਚੱਲੂਗੀ ਤੇ ਢਿੱਡ ਚੱਲੂਗਾ। ਕੀ ਲੋਕਾਂ ਨੂੰ ਰੁਜ਼ਗਾਰ ਦੇਣਾ ਇਹਨਾਂ ਦਾ ਫਰਜ਼ ਨਹੀਂ ਸੀ ਬਣਦਾ? ਇਹ ਲੋਕਾਂ ਨੂੰ ਸਸ਼ਕਤ ਨਹੀਂ ਕੀਤਾ, ਇਹਨਾਂ ਨੇ ਲੋਕਾਂ ਨੂੰ ਗਰੀਬ ਕੀਤਾ, ਲੋਕਾਂ ਨੂੰ ਬਹੁਤ ਕਮਜ਼ੋਰ ਕੀਤਾ, ਲੋਕਾਂ ਦੀ ਭੀਖ ਮੰਗਾ ਮੈਂਟੈਲਿਟੀ ਬਣਾਈ ਜਾ ਰਹੀ ਹੈ ਕਿ ਸਾਡੇ ਆਹ ਖਤਮ ਕਰ ਦਿਓ, ਆਹ ਸਾਡੇ ਬਿਜਲੀ ਮੁਫਤ ਦੇ ਦਿਓ, ਆਹ ਮੁਫਤ ਦੇ ਦਿਓ, ਸਾਡਾ ਮੂੰਹ ਦੇ ਉੱਤੇ ਮੂੰਹ ਨਹੀਂ ਧੋਤਾ ਆ ਕੇ ਸਵੇਰੇ ਸਵੇਰ ਧੋ ਜਾਓ। ਇਹੋ ਜਿਹੀਆਂ ਤੇ ਗੱਲਾਂ ਲੋਕਾਂ ਦੇ ਵਿੱਚ ਪ੍ਰਚਾਰ ਦਿੱਤੀਆਂ। ਲੋਕਾਂ ਨੂੰ ਸਵੈ ਅਭਿਮਾਨ ਦਾ ਜੀਵਨ, ਸੈਲਫ ਰਿਸਪੈਕਟ ਦਾ ਸਿਰ ਉੱਚਾ ਕਰਕੇ ਜੋ ਸਾਡੇ ਗੁਰੂ ਸਾਹਿਬਾਨ ਸਾਨੂੰ ਦੱਸ ਕੇ ਗਏ ਆ, ਉਹ ਜੀਵਨ ਜੀਣ ਲਈ ਮੈਨੂੰ ਅਫਸੋਸ ਨਾ ਕਹਿਣਾ ਪੈਂਦਾ ਕਿ ਨਾ ਤੇ ਅਕਾਲੀ ਦਲ ਪ੍ਰੇਰਿਤ ਕਰ ਰਿਹਾ, ਨਾ ਸਾਡੀ ਕੋਈ ਉਸ ਕਿਸਮ ਦੀ SGPC ਜੋ ਇਹੋ ਜਿਹੀ ਵੱਡੀ ਮੂਵਮੈਂਟ ਉੱਠ ਰਹੀ ਹੈ। ਬਾਕੀ ਵੱਲੋਂ ਤੇ ਹੋਣਾ ਹੀ ਕੀ ਹੈ? ਜਿੱਥੇ ਏਡਾ ਵੱਡਾ ਕਿਲਾ ਪੰਜਾਬ ਦੇ ਵਿੱਚ, ਇੱਕ ਏਡੇ ਵੱਡੇ ਫਲਸਫੇ ਦਾ ਮਜ਼ਬੂਤ ਕਿਲਾ ਹੈ, ਜੇ ਉੱਥੇ ਇੰਨਾ ਅੰਧੇਰਾ ਤੇ ਹਾਹਾਕਾਰ ਮੱਚੀ ਹੋਈ ਹੈ ਤੇ ਤੁਸੀਂ ਅੰਦਾਜ਼ਾ ਲਾ ਸਕਦੇ ਆ ਕਿ ਪੰਜਾਬ ਕਿਸ ਸੰਕਟ ਵਿੱਚੋਂ ਗੁਜ਼ਰ ਰਿਹਾ। ਬਿਲਕੁਲ ਠੀਕ ਕਹਿ ਰਹੇ ਹੋ ਤੁਸੀਂ। ਅਸੀਂ ਜਨਤਾ ਦੀ ਗੱਲ ਤੇ ਆਉਂਦੇ ਹਾਂ। ਅਸੀਂ ਪੋਲੀਟੀਕਲ ਗੱਲ ਤਾਂ ਹਮੇਸ਼ਾ ਕਰਦੇ ਰਹਿੰਦੇ ਹਾਂ, ਰਾਜਨੇਤਾਵਾਂ ਦੀ ਗੱਲ ਕਰਦੇ ਰਹਿੰਦੇ ਹਾਂ। ਅੱਜ ਅਸੀਂ ਜਨਤਾ ਦੀ ਵੀ ਗੱਲ ਕਰਕੇ ਦੇਖੀਏ ਕਿ ਸਾਨੂੰ ਕਿਹਾ ਜਾਂਦਾ ਕਿ ਗਰੀਬੀ ਹੈ, ਸਾਨੂੰ ਕਿਹਾ ਜਾਂਦਾ ਕਿ ਜਨਤਾ ਕੋਲ ਪੈਸਾ ਨਹੀਂ। ਭਾਰਤ ਦੀ ਆਬਾਦੀ ਕਿੰਨੀ ਹੋਏਗੀ? ਭਾਰਤ ਦੀ ਆਬਾਦੀ ਹੋਏਗੀ 140 ਕਰੋੜ, ਚਲੋ 150 ਕਰੋੜ ਲਗਾ ਲੈਂਦੇ ਹਾਂ। 150 ਕਰੋੜ ਭਾਰਤ ਦੀ ਆਬਾਦੀ ਹੈ। ਜੇ ਸਭ ਨੂੰ 1-1 ਕਰੋੜ ਰੁਪਈਆ ਦੇ ਦਿੱਤਾ ਜਾਵੇ ਤਾਂ 150 ਕਰੋੜ ਕੋਈ ਬਹੁਤ ਵੱਡੀ ਅਮਾਊਂਟ ਨਹੀਂ ਹੈ। ਜਿੱਥੇ ਭਾਰਤ ਦਾ ਬਜਟ ਹੈ, ਭਾਰਤ ਦੇ ਅੰਦਰ ਜਿਹੜਾ ਸਰਮਾਇਆ ਹੈ, ਭਾਰਤ ਦੇ ਅੰਦਰ ਜਿਹੜੇ ਸਰਮਾਏਦਾਰ ਬੈਠੇ ਨੇ, ਉਹਨਾਂ ਕੋਲੋਂ ਅਸੀਂ 150 ਕਰੋੜ ਰੁਪਇਆ ਅਰੇਂਜ ਕਰ ਸਕਦੇ ਹਾਂ। ਹੁਣ ਸਵਾਲ ਇਹ ਹੈ ਕਿ ਸਭ ਨੂੰ 1-1 ਕਰੋੜ ਦੇ ਦਿੱਤਾ ਗਿਆ ਤਾਂ ਉਸ ਤੋਂ ਬਾਅਦ ਕਿੰਨੇ ਲੋਕ ਕੰਮ ਕਰਨ ਜਾਣਗੇ? ਕਹਿਣਗੇ ਸਾਡਾ ਤੇ ਬੈਂਕ 'ਚ 1 ਕਰੋੜ ਰੁਪਈਆ ਪਿਆ, ਵਿਆਜ ਆਉਂਦੀ ਪਈ ਹੈ, ਸਾਨੂੰ ਕੰਮ ਕਰਨ ਦੀ ਕੀ ਲੋੜ ਹੈ, ਵਿਹਲੇ ਬੈਠੇ ਰਹਿਣਗੇ। ਕੰਮ ਕਿੰਨੇ ਕੁ ਲੋਕ ਕਰਨਗੇ? ਇਸ ਕਰਕੇ ਪੈਸਾ ਜਿਹੜਾ ਹੈ ਕੁਝ ਇੱਕ ਉਹਨਾਂ ਲੋਕਾਂ ਕੋਲ ਰਹਿੰਦਾ ਹੈ ਜਿਹੜੇ ਲੋਕ ਵਾਕਈ ਕੰਮ ਕਰਨਾ ਚਾਹੁੰਦੇ ਨੇ, ਐਂਟਰਪ੍ਰੈਨਿਓਰਸ ਨੇ, ਵੱਡੇ ਵੱਡੇ ਇੰਡਸਟਰੀਅਲਿਸਟ ਨੇ, ਜਿਨ੍ਹਾਂ ਨੂੰ ਕੰਮ ਕਰਨ ਦਾ ਸ਼ੌਕ ਹੈ ਤੇ ਉਹ ਅੱਗੇ ਉਹ ਇੰਪਲੋਇਮੈਂਟ ਦਿੰਦੇ ਨੇ। ਤੇ ਇੰਪਲੋਇਮੈਂਟ ਵੇਲੇ ਇਹ ਹੋਏਗਾ ਕਿ ਜਦੋਂ ਤੁਸੀਂ ਕੰਮ ਕਰੋਗੇ ਤਾਂ ਤੁਹਾਨੂੰ ਤਨਖਾਹ ਮਿਲੇਗੀ, ਤਾਂ ਤੁਹਾਡੀ ਰੋਜ਼ੀ ਰੋਟੀ ਤੁਰੇਗੀ। ਗੱਲ ਇੱਥੇ ਵੀ ਆਉਂਦੀ ਹੈ ਕਿ ਜੇ ਸਾਰੀ ਜਨਤਾ ਨੂੰ 1-1 ਕਰੋੜ ਰੁਪਈਆ ਦੇ ਦਿੱਤਾ ਜਾਵੇ ਤਾਂ ਮੇਰਾ ਖਿਆਲ ਹੈ ਜ਼ਿਆਦਾਤਰ ਲੋਕ ਵਿਹਲੇ ਬਹਿ ਕੇ ਖਾਣ ਵਾਲੇ ਲਈ ਸੋਚ ਰੱਖਣਗੇ। ਕੰਮ ਕਰਨ ਦਾ ਲੋਕਾਂ ਨੂੰ ਕਿੰਨਾ ਕੁ ਸ਼ੌਕ ਹੋਏਗਾ? ਤੁਸੀਂ ਇਸ ਮੈਂਟੈਲਿਟੀ ਨੂੰ ਸਮਝਦੇ ਹੋ, ਇਸ ਐਜੂਕੇਸ਼ਨ ਨੂੰ ਸਮਝਦੇ ਹੋ? ਲੋਕ ਇਸ ਲੈਵਲ ਤੇ
ਐਜੂਕੇਟਡ ਹੈਗੇ ਨੇ ਕਿ ਜੇ 1-1 ਕਰੋੜ ਰੁਪਏ ਸਭ ਨੂੰ ਦੇ ਦਿੱਤਾ ਜਾਵੇ ਤਾਂ ਵੀ ਸ਼ੌਕ ਦੇ ਤੌਰ ਤੇ ਕੰਮ ਕਰਨ ਤੇ ਦੇਸ਼ ਦੀ ਅਰਥ ਵਿਵਸਥਾ ਦੇ ਵਿੱਚ, ਦੇਸ਼ ਨੂੰ ਅੱਗੇ ਵਧਾਉਣ ਦੇ ਵਿੱਚ ਆਪਣਾ ਯੋਗਦਾਨ ਪਾਉਣ? ਜਨਤਾ ਇਸ ਕਾਬਿਲ ਹੈ? ਦੇਖੋ, ਇਹ ਜਿਹੜਾ ਪੈਸਾ ਤੁਸੀਂ ਮੈਥਮੈਟਿਕਸ ਲਾਇਆ, 150 ਕਰੋੜ ਜਿਹੜਾ ਬੰਦਾ ਆ, ਜੇ 1-1 ਕਰੋੜ ਦਿੱਤਾ ਜਾਏ ਤੇ 150 ਕਰੋੜ ਰੁਪਈਆ, ਉਹ ਬਹੁਤ ਜ਼ਿਆਦਾ। ਉਹ 150 ਕਰੋੜ ਰੁਪਈਆ ਨਹੀਂ ਹੈਗਾ, 150 ਕਰੋੜ ਤੇ 150 ਬੰਦਿਆਂ ਨੂੰ ਜਾਊਗਾ। ਉਹ ਬਿਲਕੁਲ ਸਹੀ ਗੱਲ ਹੈ। ਹਾਂਜੀ, ਉਹ ਬਹੁਤ ਜ਼ਿਆਦਾ ਪੈਸਾ, ਇਹਨਾਂ ਕੋਲ ਪੈਸਾ ਇਹ ਹੈ ਨਹੀਂ ਹੈਗਾ। ਠੀਕ ਹੈ ਨਾ ਜੀ। ਹਾਂ, ਉਹ ਇੱਕ ਤੇ ਮੈਥਮੈਟਿਕਸ ਥੋੜਾ ਜਿਹਾ ਉਹ ਸਾਡਾ, ਉਹ ਸਾਨੂੰ ਦੇਖਣ ਨੂੰ ਲੱਗਦਾ ਸੌਖਾ, ਇੰਨਾ ਪੈਸਾ ਨਹੀਂ ਹੈਗਾ। ਮੈਂ ਇਹ ਕਹਿਣਾ ਕਿ ਚਾਈਨੀਜ਼ ਸੇਇੰਗ ਆ ਜਸ ਖੰਨਾ ਜੀ, ਉਹ ਚਾਈਨੀਜ਼ ਸੇਇੰਗ ਇਹ ਹੈਗੀ, ਸਟੋਰੀਆਂ ਜਿਵੇਂ ਸਾਡੀਆਂ ਵੀ ਹੈਗੀਆਂ ਨਾ ਸਟੋਰੀਆਂ, ਉਸ ਤਰ੍ਹਾਂ ਉਹਨਾਂ ਦੀਆਂ ਵੀ ਸਟੋਰੀਆਂ ਹੈਗੀਆਂ, ਏਸ਼ੀਅਨ ਸੋਸਾਇਟੀਜ਼ ਦੀਆਂ ਹੈਗੀਆਂ। ਉਹ ਕਹਿੰਦੇ ਵੀ ਜੇ ਕੋਈ ਭੁੱਖਾ ਮਰਦਾ, ਉਹਨੂੰ ਤੁਸੀਂ 1 ਕਿਲੋ ਫਿਸ਼ ਦੇ ਦਿੱਤੀ, ਮੱਛੀ ਦੇ ਦਿੱਤੀ, ਉਹ ਘਰ ਜਾ ਕੇ ਖਾਊਗਾ, ਮੌਜਾਂ ਕਰੂਗਾ, ਤੇ ਅਗਲੇ ਦਿਨ ਜਦੋਂ ਫਿਸ਼ ਮੁੱਕ ਜਾਊਗੀ ਤੇ ਕਹੂਗਾ ਵੀ ਯਾਰ 1 ਕਿਲੋ ਹੋਰ ਦੇ ਦੇ। ਪਰ ਜੇ ਤੁਸੀਂ ਉਹਨੂੰ ਫਿਸ਼, ਮੱਛੀ ਫੜਨ ਵਾਲੀ ਕੁੰਡੀ ਦੇ ਦਿੱਤੀ ਤੇ ਨਾਲ ਉਹਦਾ ਖਾਜਾ ਦੇ ਦਿੱਤਾ ਤੇ ਦੱਸਤਾ ਵੀ ਉਹ ਉੱਥੋਂ ਜਾ ਕੇ ਇੰਜ ਮੱਛੀ ਫੜੀ ਜਾ ਸਕਦੀ ਹੈ, ਉਹ ਆਪਣੇ ਪਰਿਵਾਰ ਨੂੰ ਵੀ ਖਿਲਾਊਗਾ, ਗੁਆਂਢੀਆਂ ਨੂੰ ਵੀ ਖਿਲਾਊਗਾ, ਤੁਹਾਡੇ ਵੱਲ ਦੁਬਾਰਾ ਨਹੀਂ ਆਊਗਾ। ਇਹ ਹੈ ਸਸ਼ਕਤ ਕਰਨ ਵਾਲੀ ਗੱਲ। ਪਹਿਲੀ ਹੈ ਉਹਨੂੰ ਬੈਗਰ ਬਣਾਉਣ ਵਾਲੀ, ਮੰਗਤਾ, ਡਿਪੈਂਡੈਂਟ, ਆਪਣੇ ਵਲਨਰੇਬਲ, ਕਮਜ਼ੋਰ ਬਣਾਉਣ ਵਾਲੀ ਗੱਲ ਪਹਿਲੀ ਹੈ ਕਿ ਜੇ ਤੂੰ ਦੇਏਗਾ ਤੇ ਮੈਂ ਰੋਟੀ ਮੇਰੇ ਘਰ 'ਚ ਪੱਕਣੀ ਆ, ਨਹੀਂ ਤੇ ਮੈਂ ਭੁੱਖਾ ਮਰੂੰਗਾ। ਇਸ ਲਈ ਮੇਰੀ ਬੇਨਤੀ ਇਹੀ ਹੈਗੀ ਹੈ ਜਸ ਖੰਨਾ ਜੀ ਕਿ ਪੈਸੇ, ਜਾਂ ਜਿਹੜਾ ਪ੍ਰਧਾਨ ਮੰਤਰੀ ਰੇੜੀਆਂ ਗੱਲ ਕਹਿੰਦੇ ਸੀ, ਉਹ ਵੀ ਠੀਕ ਵੀ ਹੈ ਤੇ ਗਲਤ ਵੀ ਹੈ। ਠੀਕ ਇਸ ਕਰਕੇ ਹੈ ਕਿ ਜੇ ਸਾਰੀ ਜਨਤਾ ਨੂੰ ਇਸੇ ਪਾਸੇ ਹੀ ਲਾ ਦੋਗੇ, ਮੁਫਤਖੋਰੇ ਬਣਾਓਗੇ, ਤਾਂ ਫਿਰ ਦੇਸ਼ ਦੇ ਵਿੱਚ ਜਿਹੜੇ ਸਾਡੇ ਦੇਸ਼ ਦੇ ਵਾਸੀ ਆ, ਉਹਨਾਂ ਨੂੰ ਕਮਾ ਕੇ ਖਾਣ ਦੀ ਆਦਤ, ਜਾਂ ਆਪਣੇ ਹੱਥਾਂ ਨਾਲ, ਜਿਹੜੇ ਗੁਰੂ ਨਾਨਕ ਦੇਵ ਜੀ ਕਹਿ ਕੇ ਗਏ ਆ, ਉਹਦੀ ਕਮਾਈ ਕਰਕੇ ਜੀਣਾ ਔਰ ਉਹਦੇ ਤੇ ਪਲਣਾ, ਔਰ ਉਹਦੇ ਵਿੱਚੋਂ ਦਸਵੰਧ ਕੱਢ ਕੇ ਸਮਾਜ ਨੂੰ ਦੇਣਾ। ਇਹ ਸਾਡੇ, ਹਾਂ, ਤਾਂ ਕਿ ਸਾਰਾ ਸਮਾਜ ਖੁਸ਼ ਰਹੇ। ਜੇ ਮੇਰਾ ਗਵਾਂਢੀ ਖੁਸ਼ ਹੈ ਤਾਂ ਹੀ ਮੈਂ ਖੁਸ਼। ਮੇਰੇ ਗਵਾਂਢ ਵਿੱਚ ਚੀਕ ਝਾੜਾ ਪਿਆ, ਹਾਏ ਤੋਬਾ ਹਾਏ ਤੋਬਾ, ਤੇ ਮੈਂ ਕਿਵੇਂ ਸੌਂ ਸਕਦਾ? ਇਹ ਸਮਾਜ ਲਈ ਬੜੇ ਚੰਗੇ ਅਸੂਲ ਬਣਾ ਕੇ ਗਏ, ਉਹ ਕੋਈ ਗੁੰਝਲਦਾਰ ਅਸੂਲ ਨਹੀਂ ਹੈਗੇ। ਇਸ ਲਈ ਇਹ ਤੇ ਜਿਹੜੀ ਮਾੜੀ ਗੱਲ ਹੈ, ਪ੍ਰਧਾਨ ਮੰਤਰੀ ਜੀ ਕਹਿੰਦੇ ਆ ਕਿ ਜਦੋਂ ਤੁਸੀਂ ਇੱਕ ਬੰਦਿਆਂ ਨੂੰ ਕਮਜ਼ੋਰ ਹੀ ਇੰਨਾ ਕਰਤਾ ਅੱਜ ਦੀ ਤਰੀਕ 'ਚ, ਕਿ ਉਹਨਾਂ ਕੋਲ ਵਾਕਿਆ ਹੀ ਨਾ ਤੇ ਰੁਜ਼ਗਾਰ ਹੈਗਾ, ਨਾ ਪੜ੍ਹਾਈ ਹੈਗੀ, ਨਾ ਸਿਹਤ ਹੈਗੀ, ਨਾ ਰਹਿਣ ਲਈ ਜਗ੍ਹਾ, ਨਾ ਪੀਣ ਲਈ ਪਾਣੀ, ਫਿਰ ਉਹਨਾਂ ਨੂੰ ਸਰਕਾਰ ਅੱਜ ਦੀ ਤਰੀਕ 'ਚ ਜੀਣ ਲਈ ਤੇ ਕੁਛ ਨਾ ਕੁਛ ਤੇ ਦਊਗੀ ਨਾ। ਅੱਜ ਦੀ ਤਰੀਕ 'ਚ ਜੇ ਉਹ ਜਿੰਦੇ ਰਹਿਣਗੇ ਤੇ ਫਿਰ ਕੋ ਗਾਂ ਕਰ ਵੀ ਲੈਣਗੇ। ਹਾਲਾਤ ਇਹ ਹੈ। ਇਸ ਕਰਕੇ ਲੌਂਗ ਰਨ ਦੇ ਵਿੱਚ, ਲੰਬੇ ਦੌਰ ਦੇ ਵਿੱਚ ਜਸ ਕਰਨਾ ਜੀ, ਜਦ ਤੱਕ ਅਸੀਂ ਲੋਕਾਂ ਨੂੰ ਇੰਨੇ ਕੁ ਕਾਬਿਲ ਨਹੀਂ ਬਣਾਉਂਦੇ, ਉਦੋਂ ਤੱਕ ਇਹੋ ਜਿਹਾ ਸਰਕਾਰ ਨੂੰ ਉਹਨਾਂ ਦੀ ਪਿੱਠ ਪਿੱਛੇ ਖੜੇ ਹੋਣਾ ਪਊਗਾ। ਪਰ ਇਹਨਾਂ ਨੇ ਕੀ ਕੀਤਾ? ਸਰਕਾਰੀ ਪੈਸੇ ਚੋਂ ਲੋਕਾਂ ਨੂੰ, ਆ ਜੀ ਤੁਹਾਡੇ ਆਖੇ ਸ਼ਾਦੀ ਦਾ 51,000 ਰੁਪਇਆ ਦਿਆਂਗੇ, ਆ ਤੁਹਾਨੂੰ ਆ ਦਿਆਂਗੇ, ਆ ਦਿਆਂਗੇ। ਭਾਈ ਕੋਈ ਤੁਹਾਡੇ ਤੋਂ ਮੰਗਦਾ ਨਹੀਂ। ਤੁਸੀਂ ਲੋਕਾਂ ਨੂੰ ਚੰਗੇ ਸਿਹਤਮੰਦ ਲੋਕ ਬਣਾਓ, ਕੰਮ ਕਰਨ ਦੇ ਕਾਬਿਲ ਬਣਾਓ, ਉਹ ਆਪਣੇ ਦੇਸ਼ 'ਚ ਕੰਮ ਕਰਨ, ਵਿਦੇਸ਼ਾਂ 'ਚ ਕੰਮ ਕਰਨ, ਜਿੱਥੇ ਕੰਮ ਮਿਲਦਾ, ਤਾਂ ਤੁਹਾਡੇ ਕੋਲ ਕੋਈ ਤੁਹਾਡੇ ਵੱਲ ਪੈਸਾ ਨਹੀਂ ਕੋਈ ਮੰਗਦਾ। ਪਰ ਤੁਸੀਂ ਇਸ ਨੂੰ ਇੱਕ ਸਾਧਨ ਬਣਾ ਲਿਆ ਚੋਣਾਂ ਜਿੱਤਣ ਦਾ, ਕਿ ਮੈਂ ਮੁਫਤ ਬਿਜਲੀ ਦੇ ਰਿਹਾ ਜੀ, ਦੂਜਾ ਕਹਿੰਦਾ ਮੈਂ 15,000 ਕਰੋੜ ਦੇ ਰਿਹਾ, ਤੀਜਾ ਕਹਿੰਦਾ ਮੈਂ ਹੁਣ 18,000 ਕਰੋੜ, ਮੈਂ 1,000 ਬੀਬੀਆਂ ਨੂੰ ਘਰੇ ਬੈਠਾ ਪੈਸਾ ਦਊਂਗਾ। ਕਿਉਂ? ਵੀ ਤੇਰੇ ਬਾਪੂ ਦੀ ਇੱਥੇ ਮਸ਼ੀਨ ਲੱਗੀ ਹੋਈ ਹੈ ਘਰ, ਕਿਹੜਾ ਪੈਸਾ ਦੇਤਾ? ਜਾ ਕੇ ਗੁਜਰਾਤ 'ਚ ਫਿਰ ਰੌਲਾ ਪਾਤਾ ਕਿ ਉੱਥੇ ਵੀ ਦੇਵਾਂਗੇ ਅਸੀਂ। ਇਹ ਗੱਲਾਂ ਠੀਕ ਨਹੀਂ ਹੈ। ਇਹ ਸਿੱਧੀ ਸਰਕਾਰੀ ਖਜ਼ਾਨੇ ਦੇ ਵਿੱਚੋਂ ਵੰਡੀ ਦੇਣ ਦੀ ਗੱਲ ਆ, ਲਾਲਚ ਦੇਣ ਦੀ ਗੱਲ ਆ, ਵੋਟਾਂ ਖਰੀਦਣ ਦੀ ਗੱਲ ਆ। ਤੇ ਇਹ ਕਿਉਂ ਨਹੀਂ ਇਲੈਕਸ਼ਨ ਕਮਿਸ਼ਨ ਇਹਨਾਂ ਗੱਲਾਂ ਨੂੰ ਰੋਕਦਾ? ਆਪਾਂ ਸਾਰੇ ਤੇ ਪੋਲਿਟਿਕਸ ਦਾ ਨਿਗਾਰ ਜਸ ਖੰਨਾ ਜੀ ਇੰਨਾ ਜ਼ਿਆਦਾ ਆ ਚੁੱਕਾ ਕਿ ਇਹ ਇਸ ਤਰੀਕੇ ਨਾਲ ਬਹੁਤੀ ਦੇਰ ਚੱਲਣੀ ਨਹੀਂ। ਚੰਗੀ ਗੱਲ ਹੈ ਕਿ ਪੰਜਾਬ ਇਸ ਗੱਲ ਬਾਰੇ ਸੁਹੇਰਦਿਆ ਸੋਚ ਰਿਹਾ, ਕੋਸ਼ਿਸ਼ ਕਰ ਰਿਹਾ ਇਸ ਜਿੱਲਤ ਚੋਂ ਤੇ ਜਿੱਲਣ ਚੋਂ ਬਾਹਰ ਆਉਣ ਦੀ। ਬਾਕੀ ਸੂਬੇ ਤੇ ਅਜੇ ਸੁੱਤੇ ਪਏ ਆ। ਅਸੀਂ ਨਿਕਲ ਵੀ ਜਾਾਂਗੇ ਵੇਲੇ ਸਿਰ, ਸਾਨੂੰ ਕੋਈ ਗੱਲ ਨਹੀਂ। ਅਸੀਂ ਠੀਕ ਹੈ, ਸਾਨੂੰ ਕੁਰਬਾਨੀਆਂ ਦੇਣੀਆਂ ਪੈਣਗੀਆਂ, ਅਸੀਂ ਹੋਰ ਸੜਕਾਂ ਰੋਕਦੇ ਹਾਂ, ਜੇ ਕਰਦੇ, ਬਥੇਰਾ ਕੁਝ ਰੌਲਾ ਰੱਪਾ ਪੈਂਦਾ, ਪਰ ਅਸੀਂ ਹਿੰਮਤ ਨਾਲ ਨਿਕਲ ਜਾਾਂਗੇ। ਪਰ ਇਹ ਪੋਲੀਟੀਸ਼ੀਅਨਾਂ ਨੂੰ, ਸਾਡੇ ਪੰਜਾਬ ਦਿਆਂ ਨੂੰ ਸਮਝ ਲੈਣਾ ਚਾਹੀਦਾ ਕਿ ਜੇ ਪੰਜਾਬ 'ਚ ਰਾਜ ਕਰਨਾ ਤੇ ਤੁਹਾਨੂੰ ਤੌਰ ਤਰੀਕੇ ਬਦਲਨੇ ਪੈਣ। ਬਿਲਕੁਲ ਠੀਕ ਹੈ। ਤੁਸੀਂ ਤਾਂ ਜਿਹੜੀ ਇਹ ਮੈਥਮੈਟਿਕਸ ਸਹੀ ਕੀਤਾ ਨਾ, 150 ਕਰੋੜ ਤੇ 150 ਕਰੋੜ ਰੁਪਈਆ, ਕਿ ਪੈਸਾ ਤਾਂ ਬਹੁਤ ਜ਼ਿਆਦਾ ਚਾਹੀਦਾ। ਔਰ ਨਾਲ ਤੁਸੀਂ ਇਹ ਗੱਲ ਵੀ ਕੀਤੀ, ਜਿਹੜਾ ਜਨਤਾ ਦਾ ਸਵਾਲ ਸੀ ਕਿ 150 ਕਰੋੜ ਦੇ ਦਿਓਗੇ ਤੇ ਸਾਰੀ ਜਨਤਾ ਵਿੱਚੋਂ ਕੰਮ ਕਿੰਨੇ % ਕਰਨਗੇ, ਇਹ ਜਨਤਾ ਦੇ ਸਵਾਲ ਨੂੰ ਤੁਸੀਂ ਜਵਾਬ ਦਿੱਤਾ। ਬੜਾ ਵਧੀਆ ਤਰੀਕੇ ਨਾਲ ਮੁਖਾਤਿਬ ਹੋਏ ਕਿ ਸਾਨੂੰ ਹੋਰ ਵੀ ਜ਼ਿਆਦਾ ਪੈਸਾ ਚਾਹੀਦਾ ਹੈ।
ਤਾਂ ਜਾ ਕੇ ਪੈਸਾ ਪੂਰਾ ਹੋਏਗਾ। ਪਰ ਜੇ ਤਾਂ ਵੀ ਪੈਸਾ ਪੂਰਾ ਕਰਕੇ ਦੇ ਵੀ ਦਿੱਤਾ ਜਾਵੇ ਤਾਂ ਵੀ जनता उस काबिल नहीं बनेगी कि वो स्वाभिमान नाल सैल्फ रिस्पैक्ट नाल जी सके, बल्कि भिखारी बन के रहेगी, क्योंकि ये मुफ्त का पैसा होएगा। बिल्कुल सही गल है, भुखे नूं मच्छी देने की बजाय उन्होंने मच्छी फड़ना सिखाओ ताकि वो आत्मनिर्भर हो सके, जदों भी भुख लगे मच्छी फड़ के खा सके। हुण एक आखिरी सवाल जांदे जांदे 2-4 लाइनां दे विच तुसीं निपटा दिओ कि क्या वाकई पंजाब की जनता, पंजाब सारे भारत वास्ते एक रोल मॉडल बन के खड़ा हो सकता है कि पंजाब सूबा ते पंजाब दे लोग पंजाबी जागृत ने ते सारे भारत नूं राह दिखा सकते हैं कि राजनीति की हुंदी है, सियासत की हुंदी है, इकोनॉमी की हुंदी है, अर्थव्यवस्था की हुंदी है, ते प्रशासन की हुंदा है, ते देश नूं किद्दां अगे वधाईदा, किद्दां तरक्की दे राह ते लैके जाईदा। देखो ये कोई दो राय नहीं है कि पंजाब की जिहड़ी भावें वो ब्यूरोक्रेसी अफसरशाही है, भावें वो पुलिस है, भावें वो होर काफ़ी कुछ सिस्टम है साडा, वो बहुत घुण खा गया, बहुत कमज़ोर हो गया। तो यही बंदे ही जिन्हां राही कोई काम करना, ये इंज कह लो कि डॉक्टर मरीजों को ठीक करने की जगह उल्टियां दवाइयां दे रहा, इहो जी हालात ते बनी हुई है। चंगी गल ये है जिहड़ी मैनूं बहुत उम्मीद हैगी है कि पंजाब दे लोग सुहिरद लोग है, बाई एंड लार्ज उन्हां दे उत्ते श्री गुरु ग्रंथ साहब की बाणी जिहड़ी है सानू जिहड़े एक एथिक्स जीण लई दिते गए आ, वो साडे ज़हन च ही नहीं है, वो साडे खून च हैगे आ। और जदों उन्हां नूं मौका मिलदा, जिवें कोई भी बीज है, जदों उन्हां नूं पानी ते धुप ते टैंपरेचर मिल जांदी है, वो बीज बूटे बन जांदे आ। इन्हां दी सोच नूं उसे वेले फल लगदा। मैं इक्को एग्जाम्पल दे के खत्म करूंगा। जिहड़े किसान वीर सी उन्होंने 1.25 साल सड़क ते खड़े होकर दस दिता कि पंजाबी किन्ने बहादुर, किन्ने निडर ते किवें टाकरा दिल्ली नाल लैंदे आ ते दिल्ली नूं किवें गोडड़ियां भार झुकाउंदे आ। ये कित्थों ताकत आई मैनूं दसो? ये सिੱਖੀ ਦੇ फलसफे की ताकत सी, जिथे हर चीज का लंगर लगा सी, कोई लालच नहीं सी। वो पूरी दुनिया लई एक विकल्पिक जीण का तरीका सी, उन्होंने दिखाया। अजे लोकां बहुतियां नूं उस दी महत्ता की हैगी आ, उहदा फलसफा की आ, उहदी अहमियत दा अजे एहसास नहीं होया। असीं ते बार-बार उत्थे मत्था टेकण जांदे सी उस मूवमेंट नूं, लीडर नूं नहीं, उस मूवमेंट नूं कि आ असल विच जीवन आ जिथे दे के अपना कुर्बानी करके हर बंदा शांति लभदा आ। और उसने उस मूवमेंट नूं हर बंदे ने दे के कामयाब किया, हर एक दे दुख नूं अपना दुख बना के देखिया। यही समाज चाहिदा। ये साडे जिहड़े पोलीटिकल पार्टियां नूं नहीं वड़ दिता ते चंगी गल आ, पर हुण पोलीटिकल पार्टियां समझ लैण वो किसान किते गए नहीं। तुहाडा वो इहो जिहा मक्कू बन्नणगे ना, तुहाडा इहो जिहा काफिया तंग करनगे कि तुहाडा इत्थे उसे पुराने तरीकिਆਂ ਦੇ ਨਾਲ, रवायती तरीकिਆਂ ਨਾਲ इन्हां लोकां दे उत्ते राज करना मुश्किल कर देणगे। जी मनजीत जी, बहुत बहुत शुक्रिया। ਤੁਸੀਂ बिल्कुल एक ਵੱਖਰਾ विजन दिता है सानू ते साडे दर्शकों ਨੂੰ कि ਅਸੀਂ पंजाब ਦੇ ਬਾਰੇ ਕਿੱਦਾਂ ਦੀ ਸੋਚ ਰੱਖ ਸਕਦੇ ਹਾਂ। ਵਾਕਈ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ, यही साडा राह दसेरा, यही सानू राह रोशनान वास्ते एक सानू कुदरत वालों नेमत मिली हुई है। वाकई सानू इन्हां सिक्ख्यावां दे मुताबिक ही सब कुछ करना चाहिए, अनुशासन विच रहना चाहिए, तां ही पंजाबी ते पंजाब पूरी दुनिया वास्ते, भारत नहीं बल्कि पूरी दुनिया वास्ते एक रोल मॉडल बन सकता। बहुत बहुत शुक्रिया मनजीत जी, बहुत बहुत धन्यवाद जस खन्ना। ਤੇ ਅਸੀਂ ਆਪਣੇ ਦਰਸ਼ਕਾਂ ਨੂੰ ਗੁਜ਼ਾਰਿਸ਼ ਕਰਾਂਗੇ ਤੁਸੀਂ ਵੀ ਇਸ ਮੌਕੇ ਦੇ ਉੱਤੇ, ਇਸ ਸਬਜੈਕਟ ਦੇ ਉੱਤੇ ਆਪਣੇ ਵਿਚਾਰ ਸਾਨੂੰ ਇਨਬਾਕਸ ਕਰੋ ਤੇ ਸਾਡਾ ਚੈਨਲ ਪੰਜਾਬ ਮੇਲ USA TV ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ।